ਕੱਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਅਗਾਧ ਬੋਧ ਜੀਵਨ, ਉਹਦੇ ਬਾਰੇ ਕੁਝ ਵਿਚਾਰਾਂ ਸਾਂਝੀਆਂ ਹੋਈਆਂ ਸਨ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਹੋਇਆ, 11 ਸਾਲ ਦੀ ਉਮਰ ਹੋਈ। ਨਾਨਾ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਫਿਰ ਅੰਮ੍ਰਿਤਸਰ ਸਾਹਿਬ ਆ ਗਏ। ਉੱਥੇ ਫਿਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਯੂ 18 ਸਾਲ ਦੀ ਹੁੰਦੀ ਹੈ ਤਾਂ ਉਦੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੇਵਾ ਸੰਭਾਲ ਕੇ ਤਾਂ ਆਪ ਫਿਰ ਜੋਤੀ ਜੋਤ ਸਮਾ ਗਏ। 18 ਸਾਲ ਤੋਂ ਬਾਅਦ ਅਸੀਂ ਦੇਖਿਆ ਕਿਵੇਂ ਪ੍ਰਿਥੀ ਚੰਦ ਜੀ ਨੇ ਵਿਰੋਧ ਕੀਤਾ, ਕਿਹੜੀਆਂ ਔਕੜਾਂ ਆਈਆਂ ਤੇ ਕਿਹੜੀਆਂ ਗੁਰੂ ਸਾਹਿਬ ਜੀ ਨੇ ਆਪਣੇ ਸਬਰ ਸੰਤੋਖ ਦੇ ਨਾਲ ਜਿੱਤੀਆਂ। ਸੋ ਸੰਗਤ ਜੀ, ਅੱਗੇ ਲੜੀ ਚਲਾਉਂਦਿਆਂ ਹੋਇਆਂ ਬੇਨਤੀ ਹੈ, ਗੁਰੂ ਸਾਹਿਬ ਜੀ ਜਦੋਂ ਅੰਮ੍ਰਿਤਸਰ ਸਾਹਿਬ ਬਿਰਾਜ ਰਹੇ ਹਨ, ਬੜੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਉਹ ਜਿਹੜਾ ਤਾਲ ਸਰੋਵਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਖੁਦਵਾਇਓ, ਜਿਹੜਾ ਹੁਕਮ ਹੋਇਆ ਸੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਿ ਇੱਥੇ ਦਰਬਾਰ ਸਾਹਿਬ ਬਣਾਉਣਾ ਹੈ, ਐਸਾ ਸਥਾਨ ਬਣਾਉਣਾ ਹੈ ਜਿਹਦੇ ਵਰਗਾ ਦੁਨੀਆ 'ਚ ਕੋਈ ਹੋਰ ਨਾ ਹੋਵੇ, ਤਾਂ ਹੁਣ ਉਹਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਾਰਾ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੇਵਾ ਕਰਾਉਂਦੇ ਹਨ। ਉੱਥੇ ਬੜੀਆਂ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਹਨ, ਸੇਵਾਵਾਂ ਕਰਦੀਆਂ ਹਨ। ਸਰੋਵਰ ਉਸਾਰਿਆ ਗਿਆ, ਫਿਰ ਉਹਦੇ ਵਿੱਚ ਇੱਕ ਪਾਸਿਓਂ ਪੁਲ ਉਸਾਰਿਆ ਗਿਆ। ਤੁਸੀਂ ਦਰਸ਼ਨ ਕਰਦੇ ਹੋ ਸਾਰੇ ਮਾਈ ਭਾਈ, ਉੱਥੇ ਜਾ ਕੇ ਪੁਲ ਉਸਾਰਿਆ ਗਿਆ। ਪੁਲ ਦੇ ਵਿੱਚ ਫਿਰ ਇੱਕ ਜਾ ਕੇ ਥੜਾ ਉਸਾਰਿਆ ਗਿਆ। ਉਹ ਥੜਾ ਪਾਣੀ ਦੇ ਲੈਵਲ ਤੋਂ ਥੋੜ੍ਹਾ ਜਿਹਾ ਹੀ ਉੱਚਾ ਸੀ ਤੇ ਗੁਰਦੁਆਰਾ ਸਾਹਿਬ ਸਾਰਾ ਜਿਹੜਾ ਹੈ ਆਮ ਜ਼ਮੀਨੀ ਲੈਵਲ ਤੋਂ ਨੀਵਾਂ। ਕਿਉਂ ਭਾਈ, ਜਦੋਂ ਤੂੰ ਦਰਬਾਰ ਸਾਹਿਬ ਆਉਣਾ ਹੈ, ਇੱਥੇ ਕੋਈ ਵਿਖਾਵਾ ਨਾ ਕਰਦਾ ਆਈ। ਜਿਵੇਂ ਜਦੋਂ ਤੂੰ ਉੱਥੇ ਵੜਨ ਲੱਗੀ ਦਾ ਨਾ ਬਾਹਰੋਂ ਘੰਟਾ ਘਰ ਵਾਲੇ ਪਾਸਿਓਂ ਵੇਖੋ ਤੇ ਪੌੜੀਆਂ ਉਤਰਦਿਆਂ ਤੇਰੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ। ਤੂੰ ਪੌੜੀਆਂ ਤੇ ਪੈਰਾਂ ਵੱਲ ਨੂੰ ਦੇਖਦਾ ਹੈ। ਜਿੰਨਾ ਚਿਰ ਦਰਬਾਰ ਸਾਹਿਬ 'ਚ ਰਵੇਂ ਤੇਰੀਆਂ ਅੱਖਾਂ ਝੁਕੀਆਂ ਰਹਿਣ, ਤੇਰਾ ਸਿਰ ਝੁਕਿਆ ਰਵੇ, ਕਿਉਂਕਿ ਇਹ ਘੁੰਮਣ ਫਿਰਨ ਵਾਲੀ ਥਾਂ ਨਹੀਂ ਹੈ। ਇਹ ਤਾਂ ਭਾਈ ਸੰਸਾਰ ਨੂੰ ਇਹਨੇ ਸਪਿਰਿਚੁਅਲ ਐਜੂਕੇਸ਼ਨ ਦੇਣੀ ਹੈ। ਇਹ ਤੇ ਅਧਿਆਤਮਕਤਾ ਇੱਥੋਂ ਸਿੱਖਣੀ ਹੈ। ਇੱਥੇ ਜਾ ਕੇ ਪੁੱਤਰਾ, ਇੱਥੇ ਜਾ ਕੇ ਧੀਏ ਕੁਛ ਸਿੱਖ ਕੇ ਆਈ। ਉਹ ਦਰਬਾਰ ਸਾਹਿਬ ਜੀ ਨੂੰ ਫਿਰ ਉੱਥੇ ਸਰੋਵਰ ਦੇ ਵਿੱਚ ਥੜਾ ਬਣਾ ਕੇ ਤਾਂ ਦਰਬਾਰ ਸਾਹਿਬ ਬਣਾਉਣਾ ਸ਼ੁਰੂ ਕੀਤਾ। ਵੇਖੋ, ਕਾਰੀਗਰ ਸੱਦੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਸਮਝਾ ਦਿੱਤਾ। ਕਹਿੰਦੇ ਕੋਈ ਪੂਰਬ ਦੀ ਦਿਸ਼ਾ ਨੂੰ ਪੂਜਦਾ ਹੈ, ਕੋਈ ਪੱਛਮ ਨੂੰ ਪੂਜੀ ਜਾਂਦਾ ਹੈ। ਅਸੀਂ ਦਿਸ਼ਾਵਾਂ ਐਵੇਂ ਰੱਖਣੀਆਂ ਹਨ, ਨਾ ਪੂਰਬ ਨਾ ਪੱਛਮ। ਦਰਬਾਰ ਸਾਹਿਬ ਜੀ ਦੇ ਅੰਦਰ ਸਨਲਾਈਟ ਨਹੀਂ ਜਾ ਸਕਦੀ ਜੀ। ਮਹਾਰਾਜ ਨੇ ਕੀ ਕੀਤਾ, ਦਿਸ਼ਾਵਾਂ ਨੂੰ ਸਮਝੋ, ਪੂਰਬ ਪੱਛਮ ਉੱਤਰ ਦੱਖਣ ਹੁੰਦਾ ਹੈ। ਮਹਾਰਾਜ ਨੇ ਉਹਨਾਂ ਦੇ ਸੈਂਟਰ 'ਚ ਚੂਜ਼ ਕੀਤਾ ਹੈ। ਜਿਵੇਂ ਤੁਸੀਂ ਤੇ ਇੱਥੇ ਬਹੁਤ ਯੂਜ਼ ਕਰਦੇ ਹੋ ਸਾਊਥ ਵੈਸਟ, ਨਾਰਥ ਵੈਸਟ। ਇਹ ਜਿਹੜੀ ਦਿਸ਼ਾ ਹੁੰਦੀ ਹੈ ਉੱਤਰ ਪੂਰਬ ਦੀ ਲੈ ਲੈਣੀ ਆ, ਪੂਰਬ ਪੱਛਮ ਤਾਂ ਨਹੀਂ ਹੁੰਦੀ, ਪੂਰਬ ਦੱਖਣ ਦੀ ਲੈ ਲੈਣੀ ਹੈ। ਉਹ ਜਿਹੜੀਆਂ 4 ਬਾਹੀਆਂ ਚੂਜ਼ ਕੀਤੀਆਂ ਗਈਆਂ, ਠੀਕ ਹੈ, 4 ਦਰਵਾਜ਼ੇ ਰੱਖੇ ਹਨ। ਉੱਥੇ ਹਰ ਇੱਕ ਨੂੰ 4 ਵਰਨਾਂ ਦਾ ਕੋਈ ਆ ਜਾਵੇ। ਪਰ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਕੀ ਕੁਛ ਹੋ ਰਿਹਾ ਹੈ। ਹੁਣ ਖਾਲਸੇ ਨੂੰ ਦੁਬਾਰਾ ਤੋਂ ਵਿਉਂਤਬੱਦੀ ਕਰਨ ਦੀ ਲੋੜ ਹੈ। ਨਸ਼ਈ ਲੋਕ ਵੀ ਅੱਜ ਕੱਲ੍ਹ ਤੰਬਾਕੂ ਲੈ ਕੇ ਜੇਬਾਂ 'ਚ ਆ ਰਹੇ ਹਨ। ਬੇਅਦਬੀਆਂ ਕਰਨ ਵਾਲੇ ਵੀ ਹੁਣ ਤਾਂ ਦਰਬਾਰ ਸਾਹਿਬ ਤੱਕ ਪਹੁੰਚ ਗਏ ਹਨ। ਮੇਰੇ ਤੋਂ ਤੁਸੀਂ ਵੱਧ ਜਾਣਦੇ ਹੋ, ਸਾਡੇ ਤੋਂ ਤੁਸੀਂ ਵੱਧ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਬੈਠੇ ਹੋ। ਖਾਲਸਾ ਜੀ, ਹੱਥ ਤੇ ਹੱਥ ਰੱਖ ਕੇ ਬੈਠਣ ਦਾ ਸਮਾਂ ਨਹੀਂ ਹੈ। ਕੌਮ ਨੂੰ ਸੋਚਣਾ ਪੈਣਾ ਹੈ ਅੱਗੇ ਅਸੀਂ ਗੁਰੂ ਕੀ ਸੇਵਾ ਵਿੱਚ ਕਿਵੇਂ ਹਾਜ਼ਰੀਆਂ ਭਰਨੀਆਂ ਹਨ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸੋਹਣਾ ਸਥਾਨ ਉਸਾਰ ਕੇ ਕਹਿ ਦਿੱਤਾ, ਭਾਈ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਗੁਰੂ ਸਾਹਿਬ ਦੀ ਕਿਰਪਾ, ਤੁਸੀਂ ਵੀ ਇੱਥੇ ਆਏ ਹੋ। ਦਾਸ ਵੀ ਦੇਸ਼ ਵਿਦੇਸ਼ ਘੁੰਮਦਾ ਹੈ, ਜੋ ਸ਼ਾਂਤੀ ਉੱਥੇ ਹੈ ਹੋਰ ਕਿਤੇ ਨਹੀਂ ਮਿਲਦੀ। ਬਾਕੀ ਠੀਕ ਹੈ, ਤੂੰ ਜਿੱਥੇ ਮਰਜ਼ੀ ਘੁੰਮੀ ਜਾ ਦੁਨੀਆ 'ਚ, ਪਰ ਉਹ ਐਸਾ ਹੈ ਜਿਹਨੂੰ ਜਿੱਥੇ ਜਾ ਕੇ ਤੈਨੂੰ ਘਰ ਫੀਲ ਹੁੰਦਾ ਹੈ, ਜਿੱਥੇ ਜਾ ਕੇ ਤੈਨੂੰ ਲੱਗਦਾ ਹੈ ਤੂੰ ਹੁਣ ਆ ਗਿਆ ਹੈ, ਜਿੱਥੇ ਇਸ ਤੋਂ ਗਾਂਹ ਹੁਣ ਕੁਛ ਨਹੀਂ ਹੈ। ਹੁਣ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਿਰ ਯਾਤਰਾ ਤੇ ਨਿਕਲਦੇ ਹਨ ਮਾਝੇ ਵਾਲੇ ਪਾਸੇ। ਜੰਡਿਆਲਾ ਗੁਰੂ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਇੱਦਾਂ ਚੱਲਦੇ ਚੱਲਦੇ ਨਾ ਪਹੁੰਚੇ ਚੋਹਲਾ ਸਾਹਿਬ। ਹੁਣ ਉੱਥੇ ਜਾ ਕੇ ਮਾਤਾਵਾਂ ਨੇ ਚੂਰੀ ਬੜੀ ਸਵਾਦ ਬਣਾਈ ਸੀ। ਚੂਰੀ ਘਿਓ ਸ਼ੱਕਰ ਪਾ ਕੇ ਚੂਰੀ ਬਣਾਈ ਹੈ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਲੇ ਛਕ ਰਹੇ ਹਨ, ਨਾਲੇ ਕਹਿੰਦੇ ਬੜਾ ਹੀ ਸਵਾਦਲਾ ਚੋਹਲਾ ਬਣਾਇਆ ਹੈ। ਉੱਥੋਂ ਹੀ ਵੇਖੋ ਉਸ ਸ਼ਹਿਰ ਦਾ ਨਾਂ ਹੀ ਚੋਹਲਾ ਸਾਹਿਬ ਪੈ ਗਿਆ। ਫਿਰ ਗੁਰੂ ਸਾਹਿਬ ਜੀ ਤਰਨ ਤਾਰਨ ਸਾਹਿਬ ਵਾਲੇ ਸਥਾਨ 'ਤੇ ਆਏ ਤਾਂ ਫੈਸਲਾ ਕੀਤਾ ਕਿ ਜਿਹੜੀ ਦਿੱਲੀ ਤੋਂ ਇਹ ਜਰਨੈਲੀ ਸੜਕ ਜਾ ਰਹੀ ਹੈ ਲਾਹੌਰ ਨੂੰ, ਇਹਦੇ ਉੱਤੇ ਇੱਕ ਮਹਾਨ ਤੀਰਥ ਸਥਾਨ ਸਿਰਜਿਆ ਜਾਏ। ਸਰੋਵਰ ਇੰਨਾ ਵੱਡਾ ਬਣਾਇਆ ਜਾਵੇ
ਜਿੱਥੇ ਲੱਖਾਂ ਸਿੱਖ ਇਕੱਠੇ ਇਸ਼ਨਾਨ ਕਰ ਸਕਦੇ ਹੋ। ਸਿੱਖ ਕੌਮ ਦਾ ਸਭ ਤੋਂ ਵੱਡਾ ਸਰੋਵਰ ਅੱਜ ਤਰਨ ਤਾਰਨ ਸਾਹਿਬ 'ਚ ਹੈ। ਉੱਥੇ ਹੀ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ, ਸੰਗਤ ਜੀ ਆਪਣੇ ਗੁਰੂ ਦੇ ਵੱਲ ਵੇਖੋ ਕਿੰਨਾ ਬਲੀ ਹੈ। ਸਰੋਵਰ ਦੀ ਸੇਵਾ ਚੱਲ ਰਹੀ, ਆਵਾ ਲੱਗਾ, ਇੱਟਾਂ ਪੱਕੀਆਂ ਪਈਆਂ ਹਨ। ਇੱਟਾਂ ਆਪਾਂ ਲਾ ਦਿੰਦੇ ਨਾ ਢੇਰ ਜਦੋਂ ਘਰ ਬਣਾਉਣਾ ਹੋਵੇ, ਇੱਟਾਂ ਪੱਕੀਆਂ ਪਈਆਂ ਹਨ ਤੇ ਨਾਲ ਹੀ ਨੂਰਦੀਨ ਦੀ ਸਰਾਂ ਹੈ। ਉੱਥੋਂ ਜਿਹੜਾ ਅਮਾਨਤ ਖਾਨ ਆਇਆ, ਸਾਰੀਆਂ ਦੀਆਂ ਸਾਰੀਆਂ ਇੱਟਾਂ ਧੱਕੇ ਨਾਲ ਚੁੱਕ ਕੇ ਲੈ ਗਿਆ। ਸਿੱਖ ਗੁਰੂ ਸਾਹਿਬ ਕੋਲ ਆਏ, ਮਹਾਰਾਜ ਜੀ ਇੱਟਾਂ ਸਾਰੀਆਂ ਲੈ ਗਿਆ। ਗੁਰੂ ਸਾਹਿਬ ਕਹਿੰਦੇ ਜਿਹੜੇ ਭਾਅ ਗਈਆਂ ਉਸੇ ਹੀ ਭਾਅ ਆਉਣਗੀਆਂ, ਜਿੱਦਾਂ ਇਹ ਗਈਆਂ ਉਦਾਂ ਹੀ ਆਉਣਗੀਆਂ ਔਰ ਇਸੇ ਸਰੋਵਰ 'ਚ ਲੱਗਣਗੀਆਂ। ਹੁਣ ਸੰਗਤ ਜੀ ਇਹ ਬਚਨ ਹੈ, ਜਦੋਂ ਇਹੋ ਜਿਹਾ ਕੋਈ ਬਚਨ ਹੁੰਦਾ ਹੈ ਨਾ ਗੁਰੂ ਸਾਹਿਬ ਜੀ ਦਾ, ਉੱਥੇ ਆਪਾਂ ਸਾਡੀ ਸਾਰਿਆਂ ਦੀ ਆਪੋ ਆਪਣੀ ਆਪਣੀ ਮੱਤ ਹੈ। ਉੱਥੇ ਤੇ ਕੋਈ ਸ਼ਰਧਾ ਵਾਲਾ ਹੈ ਜਿਹਨੇ ਕਹਿ ਦਿੱਤਾ ਗੁਰੂ ਸਾਹਿਬ ਜੀ ਦਾ ਬਚਨ ਹੋ ਗਿਆ, ਅਟਲ ਹੈ, ਇਹ ਹੋ ਕੇ ਰਹੇਗਾ। ਤੇ ਕੁਝ ਫਿਰ ਐਸੇ ਵੀ ਹੁੰਦੇ ਜਿਹੜੇ ਸੋਚਣ ਬੈਠ ਜਾਂਦੇ ਆ, ਹੁਣ ਗੱਲ ਕਰ ਤੇ ਦਿੱਤੀ, ਵੇਖਦੇ ਆ ਵਾਪਸ ਕਿੱਦਾਂ ਆਉਂਦੀ। ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੋਤੀ ਜੋਤ ਵੀ ਸਮਾ ਗਏ। ਜਿਹੜੇ ਇਹ ਸੋਚਣ ਵਾਲੇ ਉਹ ਵੀ ਸਾਰੇ ਚਲੇ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ। ਸਾਨੂੰ ਸਮਝਾਇਆ ਹੈ ਨਾ ਬਾਣੀ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ। ਖੁੱਲ ਕੇ ਬੋਲੋ, ਉਸਤਤ ਗੁਰੂ ਦੀ ਕਰਨੀ ਹੈ ਨਾ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਗੁਰੂ ਦੇ ਬਚਨ ਨੂੰ ਪਾਣੀ ਡਬੋ ਨਹੀਂ ਸਕਦਾ, ਚੋਰ ਚੋਰੀ ਨਹੀਂ ਕਰ ਸਕਦਾ, ਅੱਗ ਉਹਨੂੰ ਸਾੜ ਨਹੀਂ ਸਕਦੀ। ਮਤਲਬ ਕਿ ਗੁਰੂ ਦਾ ਬਚਨ ਅਟਲ ਹੈ, ਕਦੀ ਖਤਮ ਨਹੀਂ ਹੋ ਸਕਦਾ। ਸੰਗਤ ਜੀ ਕਿੰਨਾ ਸਮਾਂ ਲੱਗਾ ਹੋਏਗਾ ਉਹਨਾਂ ਇੱਟਾਂ ਨੂੰ ਵਾਪਸ ਆਉਣ ਨੂੰ, ਦੱਸੋ? 200 ਸਾਲ ਦੇ ਕਰੀਬ, ਤਕਰੀਬਨ 180 ਸਾਲਾਂ ਬਾਅਦ ਉਹੋ ਹੀ ਇੱਟਾਂ ਪੁੱਟ ਕੇ ਸਿੰਘਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਜੀ ਉਹ ਵਾਪਸ ਲੈ ਕੇ ਆਏ ਤੇ ਉਹੋ ਹੀ ਇੱਟਾਂ ਜਿਹੜੀਆਂ ਉਹ ਸਰੋਵਰ 'ਚ ਲੱਗੀਆਂ। ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ। ਆਪਣੀ ਜ਼ਿੰਦਗੀ ਇੰਨੀ ਵੱਡੀ ਨਹੀਂ ਹੈਗੀ ਕਿ ਗੁਰੂ ਨੂੰ ਪਰਤਾ ਕੇ ਦੇਖਦੇ ਰਹੀਏ। ਗੁਰੂ ਸਾਹਿਬ ਨੇ ਇਦਾਂ ਕਿਹਾ ਸੀ ਤੇ ਹੋਇਆ ਨਹੀਂ ਆ। ਜੇ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਅਟਲ ਹੈ, ਹੋ ਸਕਦਾ ਹੈ ਤੇਰੀ ਜ਼ਿੰਦਗੀ ਉਦੋਂ ਤੱਕ ਨਾ ਹੋਵੇ, ਤੂੰ ਨਾ ਦੇਖ ਸਕੇ, ਪਰ ਇਹ ਮਿਲੀਅਨਸ ਆਫ ਈਅਰਸ ਤੋਂ ਧਰਤੀ ਚੱਲ ਰਹੀ ਹੈ। ਅਸੀਂ ਤੇ ਆਏ ਹਾਂ 50 60 100 ਸਾਲ ਜੀ ਜਾਂਗੇ ਸਾਲ ਵੱਧ ਤੋਂ ਵੱਧ। ਸੋ ਉਹ ਇੱਟਾਂ ਵਾਪਸ ਆ ਕੇ ਲੱਗੀਆਂ। ਸੰਗਤ ਜੀ ਅੱਜ ਵੀ ਤਰਨ ਤਾਰਨ ਸਾਹਿਬ ਜੀ ਦਾ ਸਥਾਨ ਕਿੰਨਾ ਪਿਆਰਾ ਸੁਸ਼ੋਭਿਤ ਹੈ। ਕੁਛ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਸੀ ਤੇ ਜਿਹੜਾ ਉੱਥੇ ਮੀਨਾਰ ਇੱਕ ਬੁੰਗਾ ਬਣਿਆ ਹੋਇਆ ਹੈ ਉਹ ਕੰਵਰ ਨੌ ਨਿਹਾਲ ਸਿੰਘ ਜੀ ਨੇ ਬਣਵਾਇਆ ਸੀ। ਉਹੀ ਸਰੋਵਰ ਸੀ। ਉਹ ਤਰਨ ਤਾਰਨ ਸਾਹਿਬ ਦੇ ਏਰੀਏ 'ਚ ਗੁਰੂ ਸਾਹਿਬ ਫਿਰ ਰਹੇ ਹਨ ਤਾਂ ਇੱਕ ਕੋਹੜੀ ਨੂੰ ਨਾ ਲੋਕ ਧੂੰਦੇ ਲੈ ਜਾ ਰਹੇ ਹਨ ਚੁੱਕੀ। ਗੁਰੂ ਸਾਹਿਬ ਜੀ ਨੇ ਪੁੱਛਿਆ ਕੀ ਕਰ ਰਹੇ ਹੋ? ਕਹਿੰਦੇ ਜੀ ਇਹ ਕੋਹੜੀ ਹੈ, ਇਹਨੂੰ ਕੋਹੜ ਹੋ ਗਿਆ, ਬੜਾ ਇਲਾਜ ਕਰਾਇਆ, ਹੁਣ ਇਹਦਾ ਹੱਲ ਕੋਈ ਨਹੀਂ, ਹੁਣ ਇਹਨੂੰ ਬਿਆਸ 'ਚ ਸੁੱਟਣ ਚੱਲੇ ਆ, ਹੁਣ ਇਹਦਾ ਕੋਈ ਹੱਲ ਨਹੀਂ ਹੈ। ਕੋਹੜ ਦੀ ਬਿਮਾਰੀ ਕਿਸੇ ਹੋਰ ਨੂੰ ਨਾ ਹੋ ਜਾਵੇ। ਗੁਰੂ ਸਾਹਿਬ ਕਹਿੰਦੇ ਇਹਨੂੰ ਬਿਆਸ 'ਚ ਨਾ ਲੈ ਕੇ ਚੱਲੋ, ਇਹਨੂੰ ਚਲੋ ਤਰਨ ਤਾਰਨ ਸਾਹਿਬ ਲੈ ਕੇ ਚੱਲੋ। ਗੁਰੂ ਸਾਹਿਬ ਜੀ ਨੇ ਉੱਥੇ ਕੋਹੜੀ ਖਾਨਾ ਖੋਲ੍ਹਿਆ, ਗੁਰੂ ਸਾਹਿਬ ਜੀ ਨੇ ਉੱਥੇ ਦਵਾਖਾਨਾ ਖੋਲ੍ਹਿਆ। ਉਹ ਕੋਹੜੀ ਨੂੰ ਇਸ਼ਨਾਨ ਵੀ ਕਰਾਇਆ ਸਰੋਵਰ 'ਚ, ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਦਵਾਈ ਦਿੰਦੇ ਰਹੇ। ਥੋੜੇ ਦਿਨਾਂ 'ਚ ਉਹੀ ਕੋਹੜੀ ਅਰੋਗ ਹੋ ਗਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਤਿਹਾਸ ਬਹੁਤ ਲੰਬਾ, ਆਪ ਪੜ੍ਹਿਆ ਕਰੋ ਸੰਗਤ। ਵਾਪਸ ਆ ਗਏ ਅੰਮ੍ਰਿਤਸਰ ਸਾਹਿਬ, ਵਾਪਸ ਆ ਗਏ ਅੰਮ੍ਰਿਤਸਰ ਸਾਹਿਬ। ਸੰਗਤ ਜੀ 1579 ਵਿੱਚ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਸੀ ਮਾਤਾ ਗੰਗਾ ਜੀ ਦੇ ਨਾਲ। ਹੁਣ 1594 ਆ ਗਈ ਹੈ, 15 ਸਾਲ ਹੋ ਗਏ ਹਨ, ਘਰ 'ਚ ਔਲਾਦ ਨਹੀਂ ਹੈ। ਗੁਰੂ ਸਾਹਿਬ ਜੀ ਤੇ ਸਬਰ ਸੰਤੋਖ ਵਿੱਚ ਬਿਲਕੁਲ ਆਨੰਦ 'ਚ ਰਹਿੰਦੇ ਹਨ। ਪਰ ਉਧਰ ਜਿਹੜੇ ਪ੍ਰੀਥੀ ਚੰਦ ਤੇ ਬੀਬੀ ਕਰਮੋ ਹੈ ਸੋਚਦੇ ਰਹਿੰਦੇ ਹਨ ਅੱਗੇ ਤੇ ਗੁਰਗੱਦੀ ਮਿਲੀ ਨਹੀਂ, ਇਹਨਾਂ ਦਾ ਕੋਈ ਧੀ ਪੁੱਤ ਨਹੀਂ ਹੈ, ਗੁਰਗੱਦੀ ਤੇ ਸਾਡੇ ਕੋਲ ਹੀ ਵਾਪਸ ਆਏਗੀ। ਇਹੀ ਵਹਿਮ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਪਾਲਿਆ ਸੀ, ਇਹੀ ਵਹਿਮ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਪਾਲਿਆ ਸੀ, ਇਹੀ ਵਹਿਮ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵੀ ਪਾਲਿਆ ਸੀ, ਔਰ ਇਹੀ ਵਹਿਮ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦਾ ਪ੍ਰੀਥੀ ਚੰਦ ਜੀ ਨੇ ਵੀ ਪਾਲਿਆ ਸੀ। ਪਰ ਗੁਰਗੱਦੀ ਗੁਣਾਂ ਦਾ ਖਜ਼ਾਨਾ ਸੀ, ਗੁਣਾਂ ਵਾਲਿਆਂ ਨੂੰ ਮਿਲਦੀ ਸੀ, ਇਹ ਪਿਤਾ ਪੁਰਖੀ ਚੀਜ਼ ਨਹੀਂ ਸੀ। ਹੁਣ ਗੁਰੂ ਇੱਕ ਦਿਨ ਬੀਬੀ ਕਰਮੋ ਜਿਹੜੀ ਜਠਾਣੀ ਲੱਗਦੀ ਹੈ ਮਾਤਾ ਗੰਗਾ ਜੀ ਨੂੰ, ਬੜੇ ਸਬਰ ਸੰਤੋਖ ਵਾਲੇ ਹਨ, ਕੋਈ ਜ਼ਿਆਦਾ ਹੀ ਦਿਲ ਚੀਰਵੇਂ ਬੋਲ ਦਿੱਤੇ। ਫਿਰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕੋਲ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਅੱਜ ਅਜਿਹੇ
ਸਖਤ ਬੋਲ ਬੋਲੇ ਗਏ ਹਨ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ ਭੰਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਇਹ ਗੁਰਬਾਣੀ ਦੇ ਫੈਸਲੇ ਹਨ ਕਿ ਪ੍ਰਤੱਖ ਪਰਮੇਸ਼ਰ ਹਨ। ਪਰ ਵੇਖੋ ਮਹਿਮਾ ਜਦੋਂ ਆਪਣੇ ਗੁਰਸਿੱਖਾਂ ਨੂੰ ਦੇਣੀ ਹੋਵੇ, ਤਕਰੀਬਨ 95 96 90 ਸਾਲ ਦੀ ਉਮਰ, ਤਕਰੀਬਨ 90 ਸਾਲ ਦੀ ਉਮਰ ਦੇ ਵਿੱਚ ਧੰਨ ਧੰਨ ਬਾਬਾ ਬੁੱਢਾ ਜੀ ਉਸ ਵੇਲੇ ਝਬਾਲ ਦੇ ਸਥਾਨ ਤੇ ਬਿਰਾਜਮਾਨ ਸਨ। ਉਦੋਂ ਮਾਤਾ ਗੰਗਾ ਜੀ ਨੂੰ ਕਿਹਾ, ਜਾਓ ਪ੍ਰਸ਼ਾਦਾ ਲੈ ਕੇ ਜਾਓ, ਸੇਵਾ ਕਰੋ, ਬਾਬਾ ਬੁੱਢਾ ਜੀ ਨੂੰ ਕਹੋ ਆਸ਼ੀਰਵਾਦ ਦੇਣ। ਵੇਖੋ ਮਹਿਮਾ ਗੁਰੂ ਦੀ ਤੇ ਮਹਿਮਾ ਗੁਰੂ ਦੇ ਸਿੱਖਾਂ ਦੀ। ਮਾਤਾ ਗੰਗਾ ਜੀ ਪ੍ਰਸ਼ਾਦਾ ਬਣਾ ਕੇ ਮਿੱਸੇ ਪ੍ਰਸਾਦੇ ਲੈ ਕੇ ਗਏ ਤਾਂ ਗੰਢਾ ਲੈ ਕੇ ਗਏ। ਉਸ ਵੇਲੇ ਜਦੋਂ ਬਾਬਾ ਬੁੱਢਾ ਜੀ ਪ੍ਰਸ਼ਾਦਾ ਛਕ ਰਹੇ ਹਨ ਤੇ ਮਾਤਾ ਗੰਗਾ ਜੀ ਲਾਗੇ ਬੇਨਤੀ ਕਰਦੇ ਹਨ, ਕਰੋ ਕਿਰਪਾ, ਅਰਦਾਸ ਬੇਨਤੀ ਜੋਦੜੀ ਕਰੋ ਸਾਡੇ ਵਾਸਤੇ। ਤਾਂ ਜਦੋਂ ਬਾਬਾ ਬੁੱਢਾ ਜੀ ਨੇ ਨਾ ਉਹ ਗੰਢਾ ਜਿਹੜਾ ਸੀ ਆਪਣੇ ਗੋਡੇ ਤੇ ਰੱਖ ਕੇ ਭੰਨਿਆ। ਪੁਰਾਣੇ ਬਜ਼ੁਰਗ ਗੰਢਾ ਭੰਨ ਕੇ ਖਾਂਦੇ ਸਨ। ਪਿੱਛੇ ਜੀ ਦਾਸ ਨੇ ਕਿਤੇ ਪੜ੍ਹਿਆ ਵੀ ਸੀ ਕਿ ਗੰਢਾ ਚੀਰ ਕੇ ਨਹੀਂ ਖਾਣਾ ਚਾਹੀਦਾ। ਆਪਾਂ ਅੱਜ ਕੱਲ੍ਹ ਆਪਣੇ ਘਰ 'ਚ ਚਾਹੇ ਸਲਾਦ 'ਚ ਖਾਣਾ ਚਾਹੇ ਸਬਜ਼ੀ 'ਚ ਪਾਉਣਾ, ਚੀਰ ਕੇ ਕਰਦੇ ਹਾਂ। ਪਰ ਇੱਕ ਵਾਰ ਦਾਸ ਨੇ ਸੁਣਿਆ ਸੀ ਕਿ ਗੰਢਾ ਭੰਨ ਕੇ ਖਾਣਾ ਚਾਹੀਦਾ, ਇਹਦੀ ਕੈਮੀਕਲ ਕੰਪੋਜੀਸ਼ਨ ਚੇਂਜ ਨਹੀਂ ਹੁੰਦੀ। ਚਲੋ ਜਦੋਂ ਬਾਬਾ ਬੁੱਢਾ ਜੀ ਨੇ ਨਾਲ ਹੀ ਮੁੱਕਾ ਮਾਰਿਆ, ਗੰਢਾ ਭੰਨਿਆ ਤੇ ਨਾਲ ਹੀ ਕਹਿੰਦੇ, ਮਾਤਾ ਜੀ ਤੁਹਾਡੇ ਘਰ ਪੁੱਤਰ ਆਵੇਗਾ, ਐਸਾ ਬਲੀ ਹੋਵੇਗਾ ਜਿਸ ਦੇ ਬਾਰੇ ਬਾਅਦ ਵਿੱਚ ਲਿਖਿਆ ਗਿਆ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਮਾਤਾ ਗੰਗਾ ਜੀ ਨੇ ਸੇਵਾ ਕੀਤੀ, ਆਸ਼ੀਰਵਾਦ ਲੈ ਕੇ ਆ ਗਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਿਹਾ, ਇੱਥੇ ਈਰਖਾ ਬਹੁਤ ਹੈ, ਤੁਸੀਂ ਗੁਰੂ ਕੀ ਵਡਾਲੀ ਚਲੇ ਜਾਓ। ਜੇ ਅੰਮ੍ਰਿਤਸਰ ਸਾਹਿਬ ਨੂੰ ਤੁਸੀਂ ਜਾਣਦੇ ਹੋ, ਹੁਣ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਗਿਆ ਹੈ, ਗੁਰੂ ਕੀ ਵਡਾਲੀ ਥੋੜੀ ਬਾਹਰ ਹੈ, ਉੱਥੇ ਮਾਤਾ ਜੀ ਨੂੰ ਭੇਜ ਦਿੱਤਾ ਗਿਆ। ਗੁਰੂ ਸਾਹਿਬ ਉੱਥੇ ਆਪ ਵੀ ਜਾਂਦੇ ਹਨ। ਛੇਹੱਟਾ ਸਾਹਿਬ ਵਾਲੇ ਥਾਂ ਛੇ ਹਲਟਾਂ ਵਾਲਾ ਖੂਹ ਵੀ ਲਵਾਇਆ, ਉੱਥੋਂ ਹੀ ਉਹਦਾ ਨਾਂ ਛੇਹੱਟਾ ਸਾਹਿਬ ਪਿਆ। ਸੰਗਤ ਜੀ ਸਾਨੂੰ ਇਤਿਹਾਸ ਤੇਜ਼ ਤੇਜ਼ ਸੁਣਾਉਣਾ ਪੈਂਦਾ ਹੈ, ਦਿਲ ਤੇ ਕਰਦਾ ਹੈ ਰਸ ਲੈ ਲੈ ਕੇ ਇੱਕ ਇੱਕ ਸਾਖੀ ਚੰਗੀ ਤਰ੍ਹਾਂ ਸੁਣਾਈਏ, ਪਰ ਸਮੇਂ ਦੀ ਬੰਦਿਸ਼ ਹੈ। ਅੱਧੇ ਘੰਟੇ 'ਚ ਕੋਈ IAS ਦੀ ਪੜ੍ਹਾਈ ਨਹੀਂ ਹੁੰਦੀ। ਉਹ ਤੁਸੀਂ ਘਰੇ ਆਪ ਮਿਹਨਤ ਕਰਿਆ ਕਰੋ, ਘਰਾਂ 'ਚ ਲਾਇਬ੍ਰੇਰੀਆਂ ਬਣਾਓ, ਸਮਾਂ ਵਿਹਲਾ ਨਾ ਗਵਾਇਆ ਕਰੋ। ਮਨੁੱਖਾ ਜਨਮ ਵਿਹਲੇ ਬਹਿਣ ਵਾਸਤੇ ਮਿਲਿਆ ਹੀ ਨਹੀਂ। ਇਹਦਾ ਮਤਲਬ ਇਹ ਨਹੀਂ ਵੀ ਵਿਹਲੇ ਨਹੀਂ ਬਹਿਣਾ ਤੇ ਕੰਮ ਤੇ ਡਬਲ ਸ਼ਿਫਟ ਲਾਉਣੀ ਹੈ। ਉੱਥੇ ਕਿਰਤ ਵੀ ਕਰੋ, ਪਰ ਆ ਕੇ ਆਪਣੇ ਗੁਰੂ ਦਾ ਧਿਆਨ ਧਰਿਆ ਕਰੋ, ਉਹਦੇ ਵਿੱਚ ਸਿਮਰਨ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਗੁਰੂ ਦਾ ਇਤਿਹਾਸ। ਜਿਵੇਂ ਪੰਛੀ ਦੇ ਦੋ ਖੰਭ ਹਨ, ਇੱਧਰ ਖੰਭ ਦੋ ਖੰਭ ਵੱਜਦੇ ਹਨ ਤੇ ਪੰਛੀ ਉੱਡਦਾ ਹੈ, ਗੁਰਬਾਣੀ ਤੇ ਗੁਰੂ ਇਤਿਹਾਸ ਇਹੀ ਇੱਕ ਐਸੇ ਸਾਡੇ ਖੰਭ ਹਨ ਜਿਨ੍ਹਾਂ ਸਦਕਾ ਸਾਡੀ ਸਿੱਖੀ ਦੀ ਉਡਾਰੀ ਵੱਜਣੀ ਹੈ। ਸੋ ਇਹਨਾਂ ਨੂੰ ਅਣਗੌਲੇ ਨਾ ਕਰਿਆ ਕਰੋ, ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਗੁਰੂ ਸਾਹਿਬ ਕਿਰਪਾ ਕਰਨ। ਸੰਗਤ ਜੀ 1595 ਵਿੱਚ ਫਿਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਜਦੋਂ ਪ੍ਰਕਾਸ਼ ਤੇ ਹੋ ਗਿਆ, ਹੁਣ ਈਰਖਾ ਪ੍ਰਿਥੀ ਚੰਦ ਜੀ ਦੀ ਬੀਬੀ ਕਰਮੋਂ ਦੀ ਵੀ ਉਧਰੋਂ ਉਛਾਲੇ ਮਾਰ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਅਜੇ ਜਦੋਂ ਦੁੱਧ ਪੀਂਦੇ ਹਨ ਮਾਤਾ ਦਾ, ਉਦੋਂ ਇੱਕ ਖਡਾਵੀ ਨੂੰ ਭੇਜਿਆ ਗਿਆ। ਖਡਾਵੀ ਦੇ ਥਣਾ ਨੂੰ ਜ਼ਹਿਰ ਲਾਇਆ ਗਿਆ ਕਿ ਉਹ ਜਾ ਕੇ ਕੋਸ਼ਿਸ਼ ਕਰੇ ਬਾਲ ਹਰਗੋਬਿੰਦ ਨੂੰ ਦੁੱਧ ਪਿਆਉਣ ਦੀ ਕੋਸ਼ਿਸ਼ ਕਰੇ, ਜ਼ਹਿਰ ਦੇ ਨਾਲ ਉਹਨਾਂ ਦੀ ਮੌਤ ਹੋ ਜਾਏਗੀ। ਪਰ ਇਹ ਹੋ ਸਕਦਾ ਉਸ ਤੋਂ ਪਹਿਲਾਂ ਹੀ ਉਹ ਖਡਾਵੀ ਜਿਹੜੀ ਉਹਨੂੰ ਉਹ ਜ਼ਹਿਰ ਆਪਣੇ ਹੀ ਸਰੀਰ ਨੂੰ ਚੜ੍ਹ ਗਿਆ, ਉਹਦੀ ਮੌਤ ਹੋ ਗਈ, ਪਾਜ ਖੁੱਲ ਗਿਆ। ਦੂਜੀ ਵਾਰ ਉਹਨਾਂ ਨੇ ਇੱਕ ਸਪੇਰਾ ਭੇਜਿਆ ਜਿਹਦੇ ਕੋਲ ਜ਼ਹਿਰੀਲਾ ਸੱਪ ਸੀ। ਪਲਾਨ ਇਹੀ ਸੀ ਕਿ ਹੁਣ ਬਾਲ ਗੁਰੂ ਹਰਗੋਬਿੰਦ ਰਿੜਨ ਲੱਗ ਪਏ ਹਨ, ਰਿੜਦਿਆਂ ਨੂੰ ਜਾਂਦਿਆਂ ਨੂੰ ਸੱਪ ਲਾਗੇ ਛੱਡ ਦਿੱਤਾ ਜਾਵੇ ਬਹਾਨੇ ਨਾਲ ਤੇ ਸੱਪ ਡੱਸ ਦੇਵੇਗਾ। ਪਹਿਲਾ ਵੀ ਜ਼ਹਿਰ ਦਾ ਤਰੀਕਾ, ਦੂਜਾ ਵੀ ਜ਼ਹਿਰ ਦਾ ਤਰੀਕਾ, ਔਰ ਉਹ ਤੇ ਫਿਰ ਵੱਡ ਜੋਧਾ ਬਹੁ ਪਰਉਪਕਾਰੀ ਗੁਰੂ ਬਚਪਨ ਦੇ ਵਿੱਚ ਹੀ ਉਸ ਸੱਪ ਨੂੰ ਸਿਰੀ ਤੋਂ ਫੜ ਲਿਆ ਔਰ ਉਸ ਨੂੰ ਪਟਕ ਕੇ ਹੀ ਮਾਰ ਦਿੱਤਾ। ਫਿਰ ਤੀਜੀ ਵਾਰ ਕੋਸ਼ਿਸ਼ ਹੋਈ, ਗੁਰੂ ਸਾਹਿਬ ਜੀ ਦੀ ਹੋਰ ਆਯੂ ਵੱਡੀ ਹੋ ਰਹੀ ਹੈ, ਤੀਜੀ ਵਾਰ ਕੋਸ਼ਿਸ਼ ਕੀਤੀ। ਇੱਕ ਬ੍ਰਾਹਮਣ ਨੂੰ ਕਿਹਾ ਗਿਆ, ਤੂੰ ਜਾ ਤੇ ਦਹੀਂ ਦੇ ਵਿੱਚ ਪਾ ਕੇ ਜ਼ਹਿਰ ਖਵਾ ਦੇਈਂ। ਹੁਣ ਬ੍ਰਾਹਮਣ ਕੋਸ਼ਿਸ਼ ਕਰਦਾ ਹੈ ਤੇ ਗੁਰੂ ਸਾਹਿਬ ਜੀ ਦਾ ਆਪਾਂ ਜਾਣਦੇ ਹਾਂ ਕਿ ਜਦੋਂ ਸਰੀਰਕ ਬਲ ਦੀ ਗੱਲ ਆਉਂਦੀ ਹੈ, ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ 10 ਪਾਤਸ਼ਾਹੀਆਂ 'ਚ ਸਭ ਤੋਂ ਵੱਧ ਸੀ। ਗੁਰੂ ਸਾਹਿਬ ਜੀ ਦੇ ਜਦੋਂ ਘੋੜ ਸਵਾਰੀ ਕਰਦੇ ਸੀ, ਅੱਧੇ ਘੰਟੇ 'ਚ ਘੋੜਾ ਥੱਕ ਜਾਂਦਾ ਸੀ, ਇੰਨਾ ਸਰੀਰ ਸੀ। ਅੱਜ ਵੀ ਤੁਸੀਂ ਗੁਰੂ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ, ਕਿੰਨਾ ਖੁੱਲ੍ਹਾ ਉਹਨਾਂ ਦਾ ਵੱਡਾ ਸਰੀਰ ਸੀ। ਔਰ ਉਹਨਾਂ ਨੂੰ ਜਦੋਂ ਦਹੀਂ ਖਵਾਉਣ ਦੀ ਕੋਸ਼ਿਸ਼ ਕੀਤੀ ਬ੍ਰਾਹਮਣ ਵੱਲੋਂ, ਉਹਨਾਂ ਨੇ ਹੱਥ ਮਾਰਿਆ ਤੇ ਦਹੀਂ ਸੁੱਟ ਦਿੱਤਾ। ਉਹ ਦਹੀਂ ਕੁੱਤੇ ਨੇ ਖਾਧਾ ਤੇ ਕੁੱਤਾ ਮਰ ਗਿਆ, ਪਾਜ ਤੀਜੀ ਵਾਰੀ ਵੀ ਖੁੱਲ ਗਿਆ।
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਤੇ ਇੱਥੋਂ ਤੱਕ ਇਹ ਬਾਣੀ ਦੇ ਵਿੱਚ ਇਹ ਗੱਲਾਂ ਅੰਕਿਤ ਕਰ ਦਿੱਤੀਆਂ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਕਹਿੰਦੇ ਉਹ ਬ੍ਰਾਹਮਣ ਫਿਰ ਮੌਤ, ਉਹਨੂੰ ਉਹਦੇ ਢਿੱਡ 'ਚ ਦਰਦ ਪੈਦਾ ਹੋਇਆ ਔਰ ਉਹਦੀ ਮੌਤ ਹੋ ਗਈ ਸੀ। ਇਹ 3 ਹਮਲੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਹੋ ਰਹੇ। ਇੱਥੇ ਖਤਮ ਨਹੀਂ ਹੋਈ। ਜਦੋਂ ਹੀ ਖੇਡਣ ਦੀ ਆਯੂ ਹੋਈ, ਉਹਨਾਂ ਨੇ ਫਿਰ ਇੱਕ ਹੋਰ ਹਮਲਾ ਕੀਤਾ। ਕਿੱਦਾਂ? ਇੱਕ ਉਹਨਾਂ ਦੇ ਖੇਡਣ ਦੀ ਆਯੂ ਵਾਲਾ ਹੋਰ ਨੌਜਵਾਨ ਸੀਗਾ ਬੱਚਾ, ਉਹਨੂੰ ਮਠਿਆਈ ਦਿੱਤੀ 2 ਜੇਬਾਂ 'ਚ ਪਾ ਕੇ, ਇੱਕ 'ਚ ਜ਼ਹਿਰੀਲੀ, ਇੱਕ 'ਚ ਆਮ ਮਠਿਆਈ। ਉਹਨੂੰ ਸਮਝਾਇਆ ਕਿ ਤੂੰ ਹਰਗੋਬਿੰਦ ਜੀ ਨੂੰ ਜ਼ਹਿਰੀਲੀ ਮਠਿਆਈ ਦੇਈ ਜਾਈ ਇੱਕ ਜੇਬ 'ਚੋਂ ਕੱਢ ਕੇ, ਤੇ ਆਪਣੀ ਜੇਬ 'ਚੋਂ ਕੱਢ ਕੇ ਦੂਜੀ ਖਾਈ ਜਾਈ ਚੰਗੀ। ਉਹ ਜਦੋਂ ਫਿਰ ਮਹਾਰਾਜ ਨੇ ਪੁੱਠੀ ਪਾਉਣੀ ਹੁੰਦੀ ਹੈ, ਮੱਤ ਸਮੱਤ ਤੇਰੇ ਵਸ ਸੁਆਮੀ, ਜਦੋਂ ਦੇਣ ਲੱਗਾ ਉਹ ਚੰਗੀ ਕੱਢ ਕੱਢ ਕੇ ਹਰਗੋਬਿੰਦ ਸਾਹਿਬ ਜੀ ਨੂੰ ਦੇਈ ਜਾਵੇ ਤੇ ਜ਼ਹਿਰੀਲੀ ਆਪ ਖਾਈ ਗਿਆ, ਮੌਤ ਉਹਦੀ ਵੀ ਹੋ ਗਈ। ਇਹ 4 ਪਾਜ ਜ਼ਹਿਰ ਦੇ ਖੁੱਲੇ। ਹਰ ਥਾਂ ਤੇ ਪ੍ਰਿਥੀ ਚੰਦ ਜੀ ਤੇ ਕਰਮੋਂ ਜੀ ਦੀ ਬੇਇੱਜ਼ਤੀ ਹੋ ਰਹੀ ਹੈ। ਸਿੱਖ ਸੰਗਤ ਉਹਨਾਂ ਤੇ ਥੂ ਥੂ ਕਰਨ ਲੱਗ ਪਈ। ਇੱਥੋਂ ਤੱਕ ਨਮੋਸ਼ੀ ਹੋ ਗਈ। ਅਖੀਰ ਫੈਸਲਾ ਕੀਤਾ, ਅੰਮ੍ਰਿਤਸਰ ਸਾਹਿਬ ਛੱਡ ਕੇ ਚਲੇ ਗਏ। ਅੰਮ੍ਰਿਤਸਰ ਸਾਹਿਬ ਤੋਂ ਜੋ ਤੁਸੀਂ ਲਾਹੌਰ ਜਾਂਦੇ ਹੋ ਪਾਕਿਸਤਾਨ ਦੇ ਵਿੱਚ, ਲਾਹੌਰ ਤੋਂ ਤਕਰੀਬਨ 10 ਕਿਲੋਮੀਟਰ ਦੂਰ ਪਿੰਡ ਹੇਹਰ ਹੈ ਜੀ ਅੱਜ ਵੀ। ਉਹ ਉਹਨਾਂ ਦਾ ਸਹੁਰਾ ਪਿੰਡ ਸੀਗਾ। ਪ੍ਰਿਥੀ ਚੰਦ ਜੀ ਦਾ ਆਪਣੇ ਸਹੁਰਾ ਪਿੰਡ ਚਲੇ ਗਏ। ਉੱਥੇ ਜਾ ਕੇ ਹੁਣ ਕੀ ਕੀਤਾ, ਜਿੱਦਾਂ ਦਾ ਦਰਬਾਰ ਸਾਹਿਬ ਇੱਥੇ ਬਣ ਰਿਹਾ ਸੀਗਾ, ਇੱਦਾਂ ਹੀ ਸਰੋਵਰ ਖੁਦਵਾ ਕੇ ਦਰਬਾਰ ਸਾਹਿਬ ਵਰਗਾ ਹੀ ਉੱਥੇ ਇਮਾਰਤ ਬਣਾਉਣੀ ਸ਼ੁਰੂ ਕਰ ਦਿੱਤੀ। ਉਧਰ ਇਹ ਕੰਮ ਚੱਲ ਪਿਆ, ਇੱਧਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੰਨੀ ਕਿਰਪਾ ਕੀਤੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨ ਬਿਜ਼ੀ ਹੋ ਗਏ। ਫੈਸਲਾ ਕੀਤਾ, ਸੰਗਤ ਜੀ ਕੋਈ ਦੱਸ ਸਕਦਾ ਦਾਸ ਨੂੰ ਕਿ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਬਾਣੀ ਕਿੱਥੇ ਰਚੀ ਸੀ? ਦੱਸੋ। ਹਾਂਜੀ, ਰਾਮਸਰ ਸਾਹਿਬ ਜੀ ਦੇ ਨਾਲ ਹੀ ਸਥਾਨ ਹੈ। ਰਾਮਸਰ ਸਾਹਿਬ ਜੀ ਦਾ ਅਲੱਗ ਹੈ, ਨਾਲ ਹੀ ਬਿਲਕੁਲ ਸਥਾਨ ਹੈ। ਗੁਰੂ ਸਾਹਿਬ ਜੀ ਨੇ ਉੱਥੇ ਬੜਾ ਸੋਹਣੇ, ਉੱਥੇ ਦਰਖਤਾਂ ਦਾ ਝੁੰਡ ਹੈ, ਠੰਡਾ ਥਾਂ ਵੇਖ ਕੇ ਨਾ ਉੱਥੇ ਇੱਕ ਸਰੋਵਰ ਖੁਦਵਾਇਆ। ਸੰਗਤ ਜੀ 5 ਸਰੋਵਰਾਂ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਇੱਕ ਰਾਮਸਰ ਦਾ ਸਰੋਵਰ ਹੈ। ਉਹਦੇ ਕੰਢੇ ਬਹਿ ਕੇ ਉੱਥੇ ਹੀ ਸੁਖਮਨੀ ਸਾਹਿਬ ਉਚਾਰਿਆ ਸੀ। ਉਹ ਸੁਖਮਨੀ ਸਾਹਿਬ ਜਿਹੜੇ ਸਭ ਤੋਂ ਵੱਧ ਤਸੀਹੇ ਤੇ ਗਰਮੀ ਸਹਿਣ ਵਾਲੇ ਗੁਰੂ ਸਾਹਿਬ ਨੇ, ਉਹ ਸੁਖਮਨੀ ਸਾਹਿਬ ਦੀ ਬਾਣੀ ਉਚਾਰ ਦਿੱਤੀ। ਸਿੱਖਾ, ਉਹ ਸੋਫਿਆਂ ਤੇ ਬੈਠਾ ਖਪਦਾ ਰਹਿਣਾ ਹੈ, ਏਸੀ ਦੇ ਵਿੱਚ ਬੈਠਾ ਤਪਦਾ ਰਹਿਣਾ ਹੈ, ਕਿਤੇ ਚੌਕੜਾ ਮਾਰ ਕੇ ਸੁਖਮਨੀ ਸਾਹਿਬ ਪੜ੍ਹ ਲਿਆ ਕਰ, ਤੇਰਾ ਅੰਦਰ ਠੰਡਾ ਠਾਰ ਹੋ ਜਾਏਗਾ, ਉਹ ਸ਼ਾਂਤ ਹੋ ਜਾਏਗਾ। ਗੁਰੂ ਸਾਹਿਬ ਤੇ ਕਿਸੇ ਨਾਲ ਵੈਰ ਕਰਦੇ ਨਹੀਂ। ਗੁਰੂ ਸਾਹਿਬ ਨੇ ਸੁਖਮਨੀ ਸਾਹਿਬ 'ਚ ਵੇਖੋ ਲਿਖਿਆ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਇਹੀ 9 ਚੀਜ਼ਾਂ ਮਹਾਰਾਜ ਸੰਗਤ ਜੀ ਆਪਾਂ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ। ਸਮਾਂ ਨਹੀਂ ਹੈ ਵਿਸਥਾਰ 'ਚ ਜਾਣ ਦਾ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ, ਇਆਹੂ ਜੁਗਤ ਬਿਹਾਨੇ ਕਈ ਜਨਮ। ਇਹੀ ਕੁਛ ਕਰਦੇ ਹਾਂ ਅਸੀਂ, ਬਹੁਤ ਸਾਰੇ ਜਨਮ ਬਤੀਤ ਕਰ ਰਹੇ ਹਾਂ। ਹੁਣ ਅਰਦਾਸ ਕਰਿਆ ਕਰੀਏ, ਮਹਾਰਾਜ ਨਾਨਕ ਰਾਖ ਲਿਓ ਆਪਨ ਕਰ ਕਰਮ। ਮਹਾਰਾਜ ਤਰਸ ਕਰਕੇ ਸਾਨੂੰ ਰੱਖ ਲਓ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ। ਮਹਾਰਾਜ ਦੁਬਾਰਾ ਨਾ ਆਉਣਾ ਪਵੇ। ਗੁਰੂ ਸਾਹਿਬ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕੀਤਾ, ਤੇ ਜਿਸ ਦਿਨ ਤਿਆਰ ਹੋਇਆ ਫਿਰ ਨਗਰ ਕੀਰਤਨ ਰੂਪ ਉਸ ਰਾਮਸਰ ਸਾਹਿਬ ਤੋਂ ਫਿਰ ਦਰਬਾਰ ਸਾਹਿਬ ਲੈ ਕੇ ਆਏ। ਪ੍ਰਕਾਸ਼ ਹੋਇਆ, ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਾਹਿਬ ਥਾਪਿਆ ਗਿਆ। ਸਾਰਾ ਦਿਨ ਗੁਰੂ ਸਾਹਿਬ ਨੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ। ਜਦੋਂ ਸ਼ਾਮ ਦਾ ਸਮਾਂ ਹੋਇਆ ਤਾਂ ਬਾਬਾ ਬੁੱਢਾ ਜੀ ਪੁੱਛਦੇ ਆ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੁਖ ਆਸਣ ਕਿੱਥੇ ਕਰਨਾ ਹੈ? ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਸ ਪਲੰਗ ਤੇ ਅਸੀਂ ਬਿਰਾਜਦੇ ਸਾਂ, ਉਸ ਪਲੰਗ ਤੇ ਅੱਜ ਤੋਂ ਇਹਨਾਂ ਦਾ ਸੁਖ ਆਸਣ ਹੋਇਆ ਕਰੇਗਾ। ਤੇ ਪੁੱਛਦੇ, ਮਹਾਰਾਜ ਤੁਸੀਂ? ਮਹਾਰਾਜ ਕਹਿੰਦੇ, ਮੇਰੀ ਲਾਗੇ ਥੱਲੇ ਚਾਦਰ ਵਿਛਾ ਦਿਓ, ਥੱਲੇ। ਸੰਗਤ ਜੀ ਇੰਨਾ ਸਤਿਕਾਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਆਪਾਂ ਨੂੰ ਜੇ ਨਹੀਂ ਪਤਾ ਲੱਗਦਾ, ਗੁਰੂ ਅਰਜਨ ਦੇਵ ਸਾਹਿਬ ਕੋਲੋਂ ਸਿੱਖ ਲਈਏ। ਅੱਜ ਵੀ ਤੁਸੀਂ ਜਦੋਂ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਜਾਂਦੇ ਹੋ, ਪਹਿਲਾਂ ਕੋਠਾ ਸਾਹਿਬ ਨਮਸਕਾਰ ਕਰਦੇ ਹੋ, ਸਾਹਮਣੇ ਪਲੰਗ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁੰਦੇ ਆ। ਪਲੰਗ ਦੇ ਥੱਲੇ ਨਜ਼ਰ ਮਾਰਿਆ ਕਰੋ, ਪਲੰਗ ਦੇ ਥੱਲੇ ਚਾਦਰ ਵਿਛੀ ਹੁੰਦੀ ਹੈ। ਉਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਸਣ ਹੈ। ਸਾਡੇ ਘਰਾਂ 'ਚ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂਦੇ ਹਨ, ਅਸੀਂ ਸੋਫੇ ਲਾ ਲਾ ਕੇ ਬੈਠਣ ਲੱਗ ਪਏ ਅੱਗੇ। ਸੰਗਤ ਜੀ
ਇਹਨਾਂ ਦੇ ਸਤਿਕਾਰ ਚੋਂ ਹੀ ਮਿਲਣਾ ਹੈ ਸਾਰਾ ਕੁਝ, ਸ਼ਰਧਾ ਚੋਂ ਹੀ ਮਿਲਣਾ ਹੈ ਸਾਰਾ ਕੁਝ, ਪਿਆਰ ਚੋਂ ਹੀ ਮਿਲਣਾ ਹੈ ਸਾਰਾ ਕੁਝ। ਇਹ ਸਾਡੀਆਂ ਹੱਥ ਜੋੜ ਕੇ ਬੇਨਤੀਆਂ ਹੈ, ਆਪਣੇ ਗੁਰੂ ਨੂੰ ਛੋਟਾ ਨਾ ਕਰੀਏ, ਇਹ ਬਹੁਤ ਵੱਡਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਜਿੱਥੇ ਤੇਰਾ ਮਾਂ ਪਿਓ ਨਹੀਂ ਖਲੋ ਸਕਦਾ, ਉੱਥੇ ਤੇਰੀ ਇਹ ਮਦਦਗਾਰ ਹੁੰਦਾ ਹੈ। ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰਹੇ। ਪਰ ਮੇਰੇ ਵਰਗਾ ਮੂਰਖ ਸਮਝ ਨਹੀਂ ਪਾਉਂਦਾ ਆਪਣੇ ਗੁਰੂ ਦੀ ਮਹਿਮਾ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋ ਗਈ ਔਰ ਇੱਥੋਂ ਤੱਕ ਹੈ। ਉਧਰ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਨੇ ਵੀ ਆਪਣਾ ਹੀ ਸਰੂਪ ਲਿਖ ਲਿਆ ਸੀ। ਉਧਰ ਗੁਰੂ ਸਾਹਿਬ ਜੀ ਨੂੰ ਆ ਕੇ ਦੱਸਿਆ ਗਿਆ, ਮਹਾਰਾਜ ਪ੍ਰਿਥੀ ਚੰਦ ਨੇ ਤੇ ਉਧਰ ਆਪਣਾ ਸਰੂਪ ਵੀ ਲਿਖ ਲਿਆ, ਦਰਬਾਰ ਸਾਹਿਬ ਵਰਗੀ ਇਮਾਰਤ ਵੀ ਬਣਾ ਲਈ। ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸ਼ਾਂਤ ਰਹੋ, ਕਹਿੰਦੇ ਪ੍ਰਿਥੀ ਚੰਦ ਨੇ ਬਿੱਲੀ ਤੇ ਬਣਾ ਲਈ, ਪਰ ਹੁਣ ਇਹ 'ਚ ਮਿਆਉ ਕਿੱਦਾਂ ਕਰਾਏਗਾ। ਮਤਲਬ ਸੀ ਉਹਨੇ ਬਿਲਡਿੰਗ ਤਾਂ ਬਣਾ ਲਈ, ਪਰ ਜੋ ਰੂਹਾਨੀਅਤ ਇਸ ਬਿਲਡਿੰਗ 'ਚ ਹੈ ਉਹ ਉੱਥੇ ਕਿੱਦਾਂ ਪੈਦਾ ਕਰੇਗਾ, ਨਹੀਂ ਹੋ ਸਕਦੀ। ਸੰਗਤ ਜੀ, ਦਾਸ 2 ਮਹੀਨੇ ਪਹਿਲਾਂ ਉੱਥੇ ਹੇਹਰ ਪਿੰਡ ਜਾ ਕੇ ਆਇਆ ਲਾਹੌਰ ਦੇ ਕੋਲ। ਅੱਜ ਉਸ ਥਾਂ ਦੇ ਉੱਤੇ ਉਸ ਥਾਂ ਦਾ ਨਾਮੋ ਨਿਸ਼ਾਨ ਵੀ ਨਹੀਂ, ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਥਾਂ ਕਿੱਥੇ ਸੀ। ਗੁਰੂ ਨਾਲ ਆਡਾ ਨਹੀਂ ਲਾਈਦਾ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਾਧ ਨਮਸਕਾਰਾ। ਉਸ ਪਰਮੇਸ਼ਰ ਅੱਗੇ ਸਾਡਾ ਸਿਰ ਝੁਕਿਆ ਰਹਿਣਾ ਚਾਹੀਦਾ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹੁਣ ਸਮਾਂ ਨਿਕਲ ਰਿਹਾ ਹੈ ਤੇ ਉਧਰ ਪ੍ਰਿਥੀ ਚੰਦ ਨੂੰ ਠੰਡਾ ਨਹੀਂ ਕੱਢ ਰਿਹਾ। ਸੰਗਤ ਜੀ, ਹੁਣ ਆਈਏ ਸ਼ਹੀਦੀ ਦੀਆਂ ਪੈੜਾਂ ਕਿੱਥੋਂ ਪੈਣੀਆਂ ਸ਼ੁਰੂ ਹੋਈਆਂ। ਪ੍ਰਿਥੀ ਚੰਦ ਉਧਰ ਤਾਣੇ ਬਾਣੇ ਬੁਣਦਾ ਹੈ, ਬਹੁਤ ਬੇਇੱਜ਼ਤੀ ਹੋ ਚੁੱਕੀ। ਹੁਣ ਉਹ ਸੁਲਹੀ ਖਾਨ ਹੈ ਲਾਹੌਰ, ਉਹਦੇ ਨਾਲ ਗੰਢਾਂ ਤੁੱਪਦਾ ਹੈ। ਤੇ ਸੁਲਹੀ ਖਾਨ ਨੇ ਫਿਰ ਆਪਣੇ ਭਤੀਜੇ ਸੁਰਬੀ ਖਾਨ ਨੂੰ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਭੇਜਿਆ। ਆ ਗਈ ਖਬਰ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੁਰਬੀ ਖਾਨ ਚੜ ਕੇ ਆਉਣ ਲੱਗਾ ਹੈ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਤਿਸ ਆਗੈ ਕੋ ਨਾ ਟਿਕੈ ਵਕਾਰੀ, ਗੁਰਪੂਰੇ ਇਹ ਗੱਲ ਸਾਰੀ। ਕਹਿੰਦੇ ਸਾਨੂੰ ਗੁਰੂ ਸਾਹਿਬ ਨੇ ਸਮਝਾ ਦਿੱਤੀ, ਸੁਰਬੀ ਕੁਛ ਨਹੀਂ ਵਿਗਾੜ ਸਕੇਗਾ। ਸੁਰਬੀ ਆਇਆ ਚੜ ਕੇ, ਰਸਤੇ ਦੇ ਵਿੱਚ ਆਪਣੇ ਹੀ ਇੱਕ ਬੰਦੇ ਦੂਜੇ ਜਰਨੈਲ ਦੇ ਨਾਲ ਝਗੜਾ ਹੋ ਗਿਆ, ਉਹਦੀ 2 ਸਾਲ ਦੀ ਤਨਖਾਹ ਨਹੀਂ ਦਿੱਤੀ। ਸੁਰਬੀ ਨੇ ਉਹਨੂੰ ਗਾਲ ਕੱਢ ਦਿੱਤੀ। ਉਹ ਬੰਦੇ ਨੇ ਉਸੇ ਵੇਲੇ ਆਪਣੀ ਤਲਵਾਰ ਕੱਢੀ, ਸੁਰਬੀ ਦਾ ਗਾਟਾ ਲਾ ਦਿੱਤਾ ਉੱਥੇ। ਸੁਰਬੀ ਨਹੀਂ ਪਹੁੰਚ ਸਕਿਆ। ਇਹੀ ਖਬਰ ਫੇਰ ਵਾਪਸ ਸੁਲਹੀ ਕੋ ਪਹੁੰਚੀ, ਜਿਹੜਾ ਉਹਦਾ ਚਾਚਾ ਲੱਗਦਾ ਹੈ। ਤੇ ਪ੍ਰਿਥੀ ਚੰਦ ਕਹਿੰਦਾ ਸੁਰਬੀ ਨੂੰ ਮਰਵਾ ਦਿੱਤਾ ਹੈ ਅਰਜਨ ਨੇ। ਫੇਰ ਭਰਾ ਹੈ ਨਾ, ਈਰਖਾ ਵੀ ਕਰਦਾ। ਮਾਫ ਕਰਨਾ, ਸਾਡੇ ਲਈ ਤੇ ਗੁਰੂ ਅਰਜਨ ਦੇਵ ਸਾਹਿਬ ਹੈ, ਪਰ ਉਹਨਾਂ ਲਈ ਕੀ ਹੈ? ਕਹਿੰਦਾ ਮਰਵਾ ਦਿੱਤਾ ਹੈ ਅਰਜਨ ਨੇ ਫੇਰ। ਤੇ ਹੁਣ ਸੁਲਹੀ ਖਾਨ ਕਹਿੰਦਾ ਮੈਂ ਜਾਵਾਂਗਾ। ਖਬਰ ਫੇਰ ਪਹੁੰਚ ਗਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸੁਲਹੀ ਖਾਨ ਚੜ ਕੇ ਆਉਣ ਲੱਗਾ ਜੇ, ਉਸ ਤੋਂ ਵੀ ਵੱਡਾ ਜਰਨੈਲ ਹੈ। ਤੇ ਗੁਰੂ ਸਾਹਿਬ ਨੂੰ ਸਲਾਹਾਂ ਦੇਣ ਲੱਗੇ, ਮਹਾਰਾਜ ਕਿਸੇ 2 ਬੰਦਿਆਂ ਨੂੰ ਭੇਜੋ, ਕੋਈ ਚਿੱਠੀ ਭੇਜੋ, ਉਹਨੂੰ ਕਹੋ ਨਾ ਕਰ ਇਹ ਕੰਮ, 2 ਬੰਦੇ ਭੇਜ ਦਿਓ। ਇਹ ਗੁਰਬਾਣੀ ਚ ਅੰਕਿਤ ਹੈ ਜੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖ ਦਿੱਤਾ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਪਹਿਲੀ ਸਲਾਹ ਦਿੱਤੀ ਗਈ ਕੋਈ ਚਿੱਠੀ ਚਲਾ ਭੇਜੋ, ਪੱਤਰੀ। ਦੂਜੀ ਸਲਾਹ, ਦੁਤੀਏ ਮਤਾ ਦੋਏ ਮਾਨੁਖ ਪਚਾਵੋ, 2 ਬੰਦਿਆਂ ਨੂੰ ਭੇਜੋ, ਉਹਨੂੰ ਸਮਝਾਉਣ ਸਾਡਾ ਕੋਈ ਝਗੜਾ ਨਹੀਂ। ਤ੍ਰਿਤੀਏ ਮਤਾ, ਗੁਰੂ ਸਾਹਿਬ ਨੇ ਪਹਿਲਾ ਵੀ ਰਿਜੈਕਟ ਕਰਤਾ, ਦੂਜਾ ਵੀ ਰਿਜੈਕਟ ਕਰ ਦਿੱਤਾ। ਕਹਿੰਦੇ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮਹਾਰਾਜ ਕੋਈ ਨਾ ਕੋਈ ਤੇ ਉਪਾਅ ਕਰੋ, ਤੁਸੀਂ ਤੇ ਬਸ ਹੱਥ ਤੇ ਹੱਥ ਰੱਖ ਕੇ ਬੈਠੇ ਪਰਮੇਸ਼ਰ ਨੂੰ ਜਪੀ ਜਾਂਦੇ ਜੇ। ਤੇ ਗੁਰੂ ਅਰਜਨ ਦੇਵ ਸਾਹਿਬ ਨੇ ਅੱਗੋਂ ਜਵਾਬ ਦਿੱਤਾ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ, ਮੇਰਾ ਤੂੰ ਰਖਵਾਲਾ ਹੈ, ਮੇਰਾ ਸਤਿਗੁਰ ਰਖਵਾਲਾ ਹੋ। ਮਹਾਰਾਜ ਮੇਰਾ ਪਰਮੇਸ਼ਰ ਜੀ ਤੂੰ ਰਖਵਾਲਾ ਹੈ। ਹੁਣ ਇਹ ਸੁਲਹੀ ਖਾਨ ਚੜ ਕੇ ਆ ਰਿਹਾ ਹੈ। ਇਹਨੇ ਪ੍ਰਿਥੀ ਚੰਦ ਨੇ ਆਵਾ ਲਾਇਆ ਹੋਇਆ ਸੀ ਇੱਟਾਂ ਦਾ, ਇੱਟਾਂ ਦਾ ਆਵਾ ਲਾਇਆ। ਪ੍ਰਿਥੀ ਚੰਦ ਕਹਿੰਦਾ ਜਾਣ ਤੋਂ ਪਹਿਲਾਂ ਆ ਤੈਨੂੰ ਆਵਾ ਦਿਖਾ ਕੇ ਲਿਆਉਣਾ। ਇਹ ਘੋੜੇ ਸਮੇਤ ਆਵਾ ਵੇਖਣ ਵਾਸਤੇ ਚੜ ਗਿਆ। ਹੁਣ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਹੈ ਨਹੀਂ ਹੈ ਕਿ ਭੱਠੇ ਦੇ ਉੱਤੇ ਚੜ ਜਾਣਗੇ ਤੇ ਭੱਠਾ ਠੰਡਾ ਹੋ ਜਾਏਗਾ। ਹੁਣ ਹੈ ਤੇ ਪਾਪੀ ਦੁਸ਼ਟੀ ਹੈ। ਭੱਠੇ ਦੇ ਉੱਤੇ ਜਦੋਂ ਚੜਿਆ, ਇਹਦਾ ਘੋੜਾ ਸੇਕ ਤੋਂ ਤਰਬਕ ਗਿਆ। ਇਹ ਘੋੜੇ ਸਮੇਤ ਹੀ ਅੱਗ ਵਿੱਚ ਸੜ ਕੇ ਮਰ ਗਿਆ। ਹੁਣ ਇਹ ਗੱਲ ਵੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਵਿੱਚ ਅੰਕਿਤ ਕਰ ਦਿੱਤੀ। ਸੰਗਤ ਜੀ, ਸਿੱਖ ਕੌਮ ਦੇ ਵਿੱਚ ਮੁਰਦਾ ਸਰੀਰ ਦਾ ਸੰਸਕਾਰ ਕੀਤਾ ਜਾਂਦਾ ਹੈ, ਸਨਾਤਨ ਧਰਮ ਵਿੱਚ ਵੀ ਸੰਸਕਾਰ ਕੀਤਾ ਜਾਂਦਾ ਹੈ। ਪਰ ਤੁਸੀਂ ਇੱਥੇ ਰਹਿੰਦੇ ਕ੍ਰਿਸਚਨ ਵੀਰ ਜਾਂ ਮੁਸਲਿਮ ਵੀਰ, ਉਹ ਦਫਨਾਉਂਦੇ ਹਨ, ਜ਼ਮੀਨ ਦੇ ਵਿੱਚ ਗੱਡਦੇ ਹਨ ਸਰੀਰ ਨੂੰ। ਹੁਣ ਉਹਨਾਂ ਦੇ ਮੁਸਲਿਮ ਧਰਮ ਦੇ ਅਨੁਸਾਰ ਜੇ ਕੋਈ ਸੜ ਕੇ ਮਰ ਜਾਂਦਾ ਹੈ ਤਾਂ ਉਹ ਨਰਕ ਦਾ ਭਾਗੀ ਹੁੰਦਾ ਹੈ,
ਉਹ ਨਰਕ ਦਾ ਭਾਗੀ ਹੁੰਦਾ ਹੈ। ਸੋ ਆਪਣੇ ਧਰਮ ਦੇ ਅਨੁਸਾਰ ਉਹ ਨਰਕਾਂ ਵਾਲਾ ਗਿਆ, ਦੋਜ਼ਖ ਦੀ ਅੱਗ ਦੇ ਵਿੱਚ ਜਲਿਆ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਹਿ ਦਿੱਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੇ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਧਾਕ। ਜਿੰਨੇ ਰਚਿਆ ਸੀ ਉਹਨੇ ਹੀ ਉਹਨੂੰ ਖਤਮ ਕਰ ਦਿੱਤਾ। ਪੁੱਤਰ ਮਿੱਤਰ ਧਨ ਕਿਛੂ ਨਾ ਰਹਿਓ, ਛੋੜ ਗਿਓ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਂ ਉਸ ਪਰਮੇਸ਼ਰ ਤੋਂ ਬਲਿਹਾਰੇ ਜਾਣਾ ਜਿਨੇ ਆਪਣੇ ਦਾਸ ਦੀ ਲਾਜ ਰੱਖੀ ਹੈ। ਅਸੀਂ ਕਿਹਾ ਸੀ ਸੁਲਹੀ ਨਹੀਂ ਪਹੁੰਚ ਸਕੇਗਾ, ਨਹੀਂ ਪਹੁੰਚਿਆ। ਇਹ ਵੇਖੋ ਪ੍ਰਿਥੀ ਚੰਦ ਨੂੰ ਕਿਹੜਾ ਫਿਰ ਠੰਡਾ ਕੱਢਣ ਦਿਆ ਹੈ। ਹੁਣ ਸੰਗਤ ਜੀ ਸਮਾਂ ਬਹੁਤ ਥੋੜਾ, ਅਸੀਂ ਸ਼ਹੀਦੀ ਦੀ ਥੋੜੀ ਜੀ ਗੱਲ ਕਰਨੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੀਵਨ ਤਾਂ ਅਗਾਧ ਬੋਧ ਹੈ। ਬਹੁਤ ਸਾਰਾ ਇਤਿਹਾਸ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ, ਜਦੋਂ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਜੇ ਗੁਰਗੱਦੀ ਤੇ ਨਹੀਂ ਬੈਠੇ, ਤਕਰੀਬਨ 10 ਕੁ ਸਾਲ ਦੀ ਉਮਰ ਹੈ। ਜਦੋਂ 10 ਕੁ ਸਾਲ ਦੀ ਉਮਰ ਹੈ ਉਦੋਂ ਵਿਆਹ ਆਨੰਦ ਕਾਰਜ ਕਰ ਦਿੱਤਾ ਜਾਂਦਾ ਸੀ। ਉਸ ਵੇਲੇ ਚੰਦੂ ਜਿਹੜਾ ਸੀ, ਵੈਸੇ ਤੇ ਲਾਹੌਰ ਦਾ ਰਹਿਣ ਵਾਲਾ ਸੀ, ਪਰ ਇਹਦੇ ਅਸਲ 'ਚ ਇਹ ਦਿੱਲੀ ਦਰਬਾਰ ਦਾ ਹੀ ਵਜ਼ੀਰ ਸੀ ਇੱਕ। ਉੱਥੋਂ ਪ੍ਰੋਹਤ ਉਹਦਾ ਰਿਸ਼ਤਾ ਲੈ ਕੇ ਚੱਲੇ, ਉਹਦੀ ਕੁੜੀ ਵਾਸਤੇ ਰਿਸ਼ਤਾ ਲੱਭਦੇ ਲੱਭਦੇ ਅੰਮ੍ਰਿਤਸਰ ਸਾਹਿਬ ਆ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ ਕਿੰਨਾ ਸੋਹਣਾ ਸੁਨੱਖਾ ਨੌਜਵਾਨ ਹੈ, ਤਾਂ ਉਹਨਾਂ ਨੇ ਰਿਸ਼ਤਾ ਕਰ ਦਿੱਤਾ। ਉਦੋਂ ਮਾਂ ਪਿਓ ਵੀ ਰਿਸ਼ਤੇ ਨਹੀਂ ਸੀ ਕਰਦੇ ਹੁੰਦੇ। ਉਹ ਜਿਹੜੇ ਸੀ ਨਾ ਪ੍ਰੋਹਤ ਜਾਂ ਨਾਈ, ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ, ਇਹ ਲੜਕੇ ਲੜਕੀ ਨੂੰ ਵੇਖ ਕੇ ਫੈਸਲਾ ਕਰ ਦਿੰਦੇ, ਉੱਥੇ ਹੀ ਉਹਨਾਂ ਦਾ ਰਿਸ਼ਤਾ ਹੋ ਜਾਂਦਾ ਸੀ। ਜਦੋਂ ਉਹਨਾਂ ਨੇ ਰਿਸ਼ਤਾ ਕੀਤਾ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੀ ਠੀਕ ਹੈ, 7 ਬਚਨ। ਇਹ ਰਿਸ਼ਤਾ ਜਦੋਂ ਖਬਰ ਪ੍ਰੋਹਤ ਵਾਪਸ ਪਹੁੰਚੇ ਦਿੱਲੀ, ਤਾਂ ਉਦੋਂ ਜਦੋਂ ਚੰਦੂ ਨੂੰ ਜਾ ਕੇ ਖਬਰ ਸੁਣਾਈ ਤੇ ਚੰਦੂ ਅੱਗ ਬਬੂਲਾ ਹੋ ਗਿਆ। ਉਹ ਕਹਿੰਦਾ, ਉਹ ਫਕੀਰ, ਅਸੀਂ ਵਜ਼ੀਰ, ਇਹ ਕਾਹਦੀ ਬਰਾਬਰਤਾ ਤੁਸੀਂ ਵੇਖ ਕੇ ਰਿਸ਼ਤਾ ਕਰ ਦਿੱਤਾ? ਤੁਸੀਂ ਚਬਾਰੇ ਦੀ ਇੱਟ ਮੋਰੀ ਦੇ ਵਿੱਚ ਲਾ ਆਏ ਹੋ। ਅਸੀਂ ਚਬਾਰਾ ਹਾਂ, ਅਸੀਂ ਉੱਚੇ ਹਾਂ, ਉਹ ਨੀਵੇਂ ਹਨ। ਇਹ ਬਚਨ ਗੁਰੂ ਸਾਹਿਬ ਤੇ ਆਪ ਸਬਰ ਸੰਤੋਖ ਦੇ ਪੂਰੇ ਹਨ, ਪਰ ਸਿੱਖਾਂ ਨੇ, ਦਿੱਲੀ ਦਿਆਂ ਨੇ ਇਹ ਬਚਨ ਸੁਣ ਲਏ। ਉਸੇ ਵੇਲੇ ਚਿੱਠੀ ਲਿਖ ਕੇ ਭੇਜ ਦਿੱਤੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਉਹ ਮਹਾਰਾਜ ਚੰਦੂ ਪਾਪੀ ਨੇ ਬੁਰੇ ਬੋਲ ਬੋਲੇ ਹਨ ਗੁਰੂ ਨਾਨਕ ਦੇਵ ਜੀ ਦੇ ਘਰ ਵਾਸਤੇ। ਦਿੱਲੀ ਦੀ ਸੰਗਤ ਦੀ ਤੁਹਾਡੇ ਵਾਸਤੇ ਬੇਨਤੀ ਹੈ, ਇਹ ਰਿਸ਼ਤਾ ਸਵੀਕਾਰ ਨਾ ਕਰਿਓ। ਹੁਣ ਜਦੋਂ ਚੰਦੂ ਨੇ ਸਗਨ ਭੇਜਿਆ, ਇੱਥੇ ਚਿੱਠੀ ਪਹਿਲਾਂ ਪਹੁੰਚ ਚੁੱਕੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਹੋਰ ਪਤਵੰਤੇ ਸਿੰਘਾਂ ਦੀ ਸਲਾਹ ਲਈ, ਤਾਂ ਸਿੰਘਾਂ ਕਹਿ ਦਿੱਤਾ ਸੰਗਤ ਦੀ ਬੇਨਤੀ ਮੰਨਣੀ ਹੈ ਗੁਰੂ ਸਾਹਿਬ ਜੀ, ਆਪਾਂ ਇਹ ਰਿਸ਼ਤਾ ਨਹੀਂ ਲੈਣਾ। ਤਾਂ ਗੁਰੂ ਸਾਹਿਬ ਜੀ ਨੇ ਉਹ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ। ਚੰਦੂ ਨੇ ਬੜੇ ਤਰਲੇ ਲਏ, ਕਹਿੰਦਾ ਲੱਖ ਰੁਪਈਆ ਲੈ ਲਓ, ਪਰ ਸੰਗਤ ਨੇ ਕਿਹਾ ਨਹੀਂ। ਇਹ ਵੀ ਇੱਕ ਕਾਰਨ ਸੀ, ਪਰ ਇਹ ਇੰਨਾ ਵੱਡਾ ਕਾਰਨ ਨਹੀਂ ਸੀ ਜਿੰਨਾ ਅਸੀਂ ਆਮ ਤੌਰ ਤੇ ਸੁਣਾਉਂਦੇ ਹਾਂ। ਅਸੀਂ ਤੁਹਾਨੂੰ ਪਹਿਲਾ ਕਾਰਨ ਇਹ ਸੁਣਾ ਦਿੱਤਾ। ਦੂਜਾ ਕਾਰਨ ਸੀ, ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਇਕੱਤਰ ਕਰਕੇ ਸਰੂਪ ਦੀ ਤਿਆਰੀ ਹੋ ਰਹੀ ਸੀ, ਉਦੋਂ ਬਹੁਤ ਸਾਰੇ ਲੋਕ ਆਪੋ ਆਪਣੀ ਰਚੀ ਹੋਈ ਬਾਣੀ ਲੈ ਕੇ ਗੁਰੂ ਸਾਹਿਬ ਕੋਲ ਆਏ ਸਨ। ਉਹਨਾਂ ਦੇ ਵਿੱਚ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਇਹ ਆਏ ਸਨ, ਤੇ ਗੁਰੂ ਸਾਹਿਬ ਜੀ ਨੇ ਬਾਣੀਆਂ ਵੇਖ ਕੇ ਉਹਨਾਂ ਦੀਆਂ ਸੁਣ ਕੇ ਰਿਜੈਕਟ ਕਰ ਦਿੱਤੀਆਂ। ਬਾਕੀ ਤਾਂ ਝੱਲ ਗਏ ਇਸ ਗੱਲ ਨੂੰ, ਪਰ ਕਾਹਨਾ ਜਿਹੜਾ ਸੀ ਇਹ ਚੰਦੂ ਦੇ ਹੀ ਚਾਚੇ ਦਾ ਪੁੱਤਰ ਸੀ, ਭਰਾ ਲੱਗਦਾ ਸੀ। ਕਾਹਨਾ ਕਹਿੰਦਾ ਹੁਣ ਮੈਂ ਬਦਲਾ ਲਵਾਂਗਾ। ਪਰਿਵਾਰਾਂ 'ਚ ਹੀ ਚੱਲਦਾ ਹੁੰਦਾ ਨਾ, ਕਈ ਪਰਿਵਾਰ ਠੰਡੇ ਹੁੰਦੇ, ਕਈ ਤੱਤੇ ਹੁੰਦੇ ਆ। ਮਹਾਰਾਜ ਨੇ ਵੀ ਤੇ ਬਾਣੀ 'ਚ ਲਿਖਿਆ, ਬਿਰਖੇ ਹੇਠ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਉਸੇ ਦਰਖਤ ਦੇ ਉੱਤੇ ਕਈ ਪੰਛੀ ਬੈਠੇ ਹੁੰਦੇ, ਕੋਈ ਬੜੇ ਸ਼ਾਂਤ ਬੈਠੇ ਹੁੰਦੇ ਤੇ ਕਈ ਰੌਲਾ ਪਾ ਰਹੇ ਹੁੰਦੇ ਆ। ਇਹਨੇ ਕੀ ਕੀਤਾ, ਕਾਹਨਾ ਕਹਿੰਦਾ ਹੁਣ ਮੈਂ ਬਦਲਾ ਲਵਾਂਗਾ, ਪਰ ਕਾਹਨਾ ਆਪਣੇ ਘਰੇ ਪਹੁੰਚਣ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਿਆ ਰਸਤੇ ਦੇ ਵਿੱਚ ਹੀ। ਔਰ ਫਿਰ ਚੰਦੂ ਨੇ ਕਿਹਾ ਕਿ ਇਹਨੂੰ ਵੀ ਗੁਰੂ ਅਰਜਨ ਦੇਵ ਜੀ ਨੇ ਮਰਾਇਆ ਹੈ। ਫਿਰ ਪ੍ਰਿਥੀ ਚੰਦ ਜੀ ਵਾਲਾ ਵਾਕਿਆ ਤੁਸੀਂ ਸੁਣਦੇ ਆ ਰਹੇ ਹੋ। ਸੰਗਤ ਜੀ, ਬਾਹਰ ਦੀ ਦੁਸ਼ਮਣੀ ਕਿੰਨੀ ਵੀ ਵੱਡੀ ਹੋਵੇ, ਘਰਦਿਆਂ ਦੀ ਦੁਸ਼ਮਣੀ ਦੇ ਬਰਾਬਰ ਨਹੀਂ ਹੁੰਦੀ। ਜਿਹੜੀ ਆਪਣਿਆਂ ਤੋਂ ਮਾਰ ਪੈਂਦੀ ਹੈ ਨਾ ਜ਼ਿੰਦਗੀ ਦੇ ਵਿੱਚ, ਤੁਸੀਂ ਸਹਿਮਤ ਹੋਵੋਗੇ, ਇਹ ਬਾਹਰਲੇ ਉਹ ਮਾਰ ਨਹੀਂ ਮਾਰ ਸਕਦੇ। ਭਰਾ ਵੱਡਾ ਹੈ, ਵੱਡਾ ਭਰਾ ਪਿਓ ਸਮਾਨ ਹੁੰਦਾ ਹੈ। ਵੱਡੀ ਭੈਣ ਵੀ ਮਾਫ ਕਰਨਾ ਮਾਤਾ ਸਮਾਨ ਹੁੰਦੀ ਹੈ। ਸਿੱਖਿਆਵਾਂ ਜਿਹੜੀਆਂ ਵੱਡੇ ਭੈਣ ਭਰਾ ਦੇ ਸਕਦੇ ਹਨ, ਉਹ ਸਮਾਜ ਨਹੀਂ ਦੇ ਸਕਦਾ। ਪਰ ਵੱਡਾ ਹੀ ਭਰਾ ਜਾਨ ਦਾ ਦੁਸ਼ਮਣ ਹੋ ਕੇ ਬੈਠਾ ਹੈ। ਪਰ ਇਤਿਹਾਸ ਬਹੁਤਾ ਇਸ ਗੱਲ ਤੇ ਐਗਰੀ ਕਰਦਾ ਹੈ ਕਿ ਪ੍ਰਿਥੀ ਚੰਦ ਜੀ ਵੈਸੇ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ 1 ਸਾਲ ਪਹਿਲਾਂ ਸਰੀਰ ਛੱਡ ਗਏ ਸਨ। ਠੀਕ ਹੈ ਜੀ, ਪਰ ਉਹ ਦੁਸ਼ਮਣੀ ਸੀ। ਹੁਣ ਉਸ ਤੋਂ ਅੱਗੇ ਸੀ ਜਿਹੜਾ ਸੱਚ ਗੁਰੂ ਸਾਹਿਬ ਜੀ ਨੇ ਲਿਖ ਦਿੱਤਾ।
ਬਾਣੀ ਦੇ ਵਿੱਚ ਸੱਚ ਲਿਖਿਆ। ਜਿਹੜੇ ਕੱਟੜ ਸੀਗੇ, ਸ਼ੇਖ ਅਹਿਮਦ ਸਰਹੰਦੀ ਸੀ ਜਿਹਨੇ ਬਹੁਤ ਰੌਲਾ ਪਾਇਆ। ਉਹ ਬਹੁਤ ਕੱਟੜ ਸੀ ਆਪਣੇ ਧਰਮ ਮੁਸਲਮਾਨੀ ਵਿੱਚ। ਉਹ ਚਾਹੁੰਦਾ ਸੀ ਬਸ ਮੁਸਲਮਾਨ ਹੀ ਹੋਣ, ਹੋਰ ਨਾ ਹੋਣ। ਸਿੱਖ ਕਹਿੰਦਾ ਹੈ ਸਾਰੀ ਫੁਲਵਾੜੀ ਪਰਮੇਸ਼ਰ ਦੀ ਹੈ, ਹਰ ਤਰ੍ਹਾਂ ਦਾ ਫੁੱਲ ਹੋਵੇ। ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਜਦੋਂ ਵੀ ਉਪਦੇਸ਼ ਦਿੰਦੇ ਸੀ ਇੱਕੋ ਗੱਲ ਕਹਿੰਦੇ ਸੀ, ਮੁਸਲਮਾਨ ਤੂੰ ਮੁਸਲਮਾਨ ਸੱਚਾ ਬਣ ਜਾ, ਤੂੰ ਹਿੰਦੂ ਹੈ ਤੂੰ ਹਿੰਦੂ ਸੱਚਾ ਬਣ ਜਾ। ਤੇ ਸਿੱਖ ਨੂੰ ਆਪਾਂ ਨੂੰ ਕੀ ਕਿਹਾ ਹੈ? ਆਪਾਂ ਨੂੰ ਇਹੀ ਕਿਹਾ ਹੈ, ਸਿੱਖ ਬਣਨਾ ਹੈ ਤੇ ਸੱਚਾ ਬਣ ਭਾਈ। ਸਿੱਖੀ ਕਮਾ, ਦਿਲੋਂ ਕਮਾ, ਰੀਝ ਨਾ ਕਮਾ। ਬਾਣੀ ਬਾਣਾ ਸੇਵਾ ਸਿਮਰਨ ਨੂੰ ਕਮਾ ਆਪਣੀ ਜ਼ਿੰਦਗੀ ਦੇ ਵਿੱਚ। ਗੁਰਬਾਣੀ ਅਨੁਸਾਰ ਜੀਵਨ ਜਿਓ। ਹੁਣ ਇਹ ਸੰਗਤ ਜੀ, ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਨਾ, ਉਹਨੇ ਬਹੁਤ ਅੱਗ ਮਚਾਈ ਸੀ। ਮੈਂ ਤੁਹਾਨੂੰ ਨਾ ਇੱਕ ਪੇਪਰ ਲਿਆਂਦਾ, ਉਹ ਤੋਂ ਕੁਝ ਪੜ੍ਹ ਕੇ ਸੁਣਾਉਣਾ। ਪਤਾ ਕਿਉਂ ਪੜ੍ਹ ਕੇ ਸੁਣਾਉਣਾ ਹੈ? ਦਾਸ ਨੂੰ ਯਾਦ ਹੈ, ਪਰ ਇੱਕ ਕੋਟੇਸ਼ਨ ਹੈ ਜਿਹੜੀ ਉਹਨੇ ਐਗਜ਼ੈਕਟ ਲਿਖੀ ਸੀ। ਮੈਂ ਤੁਹਾਨੂੰ ਐਗਜ਼ੈਕਟ ਹੀ ਸੁਣਾਉਣੀ ਚਾਹੁੰਦਾ ਕਿ ਉਹਦੇ ਅੰਦਰ ਗੁਰੂ ਅਰਜਨ ਦੇਵ ਜੀ ਦੇ ਲਈ ਕਿੰਨਾ ਜ਼ਹਿਰ ਸੀ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਹੋ ਗਈ ਨਾ, ਤਾਂ ਉਹਨੇ ਇੱਕ ਚਿੱਠੀ ਲਿਖੀ ਸੀ। ਉਹਦੇ ਵਿੱਚ ਉਹਨੇ ਆਹ ਗੱਲ ਐਗਜ਼ੈਕਟ ਇਦਾਂ ਹੀ ਲਿਖੀ ਸੀ। ਕਹਿੰਦਾ, ਗੋਇੰਦਵਾਲ ਵਿੱਚ ਇੱਕ ਭ੍ਰਿਸ਼ਟ ਕਾਫਰ ਗੁਰੂ ਅਰਜਨ ਦੇਵ ਜੀ ਦੀ ਮੌਤ ਸਾਡੀ ਇੱਕ ਬੜੀ ਵੱਡੀ ਪ੍ਰਾਪਤੀ ਤੇ ਜਿੱਤ ਹੈ। ਇਸ ਨਾਲ ਘ੍ਰਿਣਤ ਹਿੰਦੂਆਂ ਨੂੰ ਵੀ ਇੱਕ ਵੱਡੀ ਤੇ ਜਲਾਲਤ ਭਰੀ ਹਾਰ ਹੋਈ ਹੈ। ਭਾਵੇਂ ਉਸ ਨੂੰ ਕਿਸੇ ਤਰ੍ਹਾਂ ਮਾਰਿਆ ਗਿਆ, ਕਿਸੇ ਕਾਰਨ ਤੇ ਕਿਸੇ ਬਹਾਨੇ ਨਾਲ ਖਤਮ ਕੀਤਾ ਗਿਆ, ਇਸ ਦਾ ਸਮੂਹ ਕਾਫਰਾਂ ਦਾ ਭਾਰੀ ਹਾਨੀ ਹੋਈ ਹੈ। ਸਮੂਹ ਮੁਸਲਮਾਨਾਂ ਲਈ ਇਹ ਬੜੇ ਫਾਇਦੇ ਤੇ ਵਾਧੇ ਦੀ ਘਟਨਾ ਹੈ। ਇਹ ਕਾਫਰ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਿਖ ਰਿਹਾ, ਇਹ ਕਾਫਰ ਦੇ ਕਤਲ ਹੋਣ ਤੋਂ ਪਹਿਲਾਂ ਮੈਨੂੰ ਇੱਕ ਬੜਾ ਚੰਗਾ ਸੁਪਨਾ ਵੀ ਆਇਆ ਸੀ, ਜਿਸ ਵਿੱਚ ਮੈਂ ਤੱਕਿਆ ਸੀ ਕਿ ਬਾਦਸ਼ਾਹ ਜਹਾਂਗੀਰ ਨੇ ਕੁਫਰ ਦਾ ਸਿਰ ਕੁਚਲ ਦਿੱਤਾ ਹੈ। ਇਸ ਵਿੱਚ ਸ਼ੱਕ ਹੀ ਨਹੀਂ ਕਿ ਇਹ ਕਾਫਰ ਧਰਮਹੀਣੇ ਲੋਕਾਂ ਦਾ ਸਰਮੌਰ ਤੇ ਕਾਫਰਾਂ ਦਾ ਮੁਖੀ ਸੀ। ਸੁਣ ਲਏ ਜੀ ਸ਼ਬਦ ਤੁਸੀਂ? ਲੱਗ ਗਈ ਗੱਲ ਕਲੀਅਰ? ਕਿੰਨਾ ਕੋ ਜ਼ਹਿਰ ਪਾਲ ਕੇ ਬੈਠਾ ਸੀ। ਜ਼ਹਿਰ ਦੇ ਹਮਲੇ ਕੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਨਹੀਂ ਸੀ ਹੋ ਰਹੇ। ਆ ਵੀ ਜ਼ਹਿਰ ਵੇਖੋ ਜਿਹੜਾ ਅੱਖਰਾਂ ਦੇ ਵਿੱਚ ਵਾਪਰ ਰਿਹਾ ਹੈ। ਸੰਗਤ ਜੀ, ਜਦੋਂ ਅਜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮਕਾਲੀ ਅਕਬਰ ਸੀਗਾ, ਅਕਬਰ ਗੁਰੂ ਘਰ 'ਚ ਸ਼ਰਧਾ ਰੱਖਦਾ ਸੀ। ਅਕਬਰ ਕੋਲ ਕੰਪਲੇਂਟਸ ਕੀਤੀਆਂ ਗਈਆਂ, ਹਿੰਦੂ ਧਰਮ ਮੁਸਲਮਾਨ ਧਰਮ ਦੇ ਖਿਲਾਫ ਲਿਖਿਆ ਹੈ। ਜਦੋਂ ਅਕਬਰ ਕਲਾਨੌਰ ਆਇਆ, ਉਹਨੇ ਬੇਨਤੀ ਕੀਤੀ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਏ ਜਾਣ। ਗੁਰੂ ਅਰਜਨ ਦੇਵ ਪਾਤਸ਼ਾਹ ਆਪ ਨਹੀਂ ਗਏ, ਪਰ ਭਾਈ ਗੁਰਦਾਸ ਜੀ ਤੇ ਹੋਰ ਪਤਵੰਤੇ ਸਿੱਖਾਂ ਨੂੰ ਭੇਜਿਆ ਕਿ ਜਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਓ, ਉਹਨੂੰ ਦਰਸ਼ਨ ਕਰਾ ਕੇ ਆਓ। ਜਦੋਂ ਉਹ ਖੋਲੇ, ਜਿੱਥੋਂ ਪੜ੍ਹੇ ਉੱਥੋਂ ਹੀ ਆਨੰਦਮਈ ਹੋਈ ਜਾਵੇ। ਅਖੀਰ ਅਕਬਰ ਨੇ 500 ਰੁਪਏ ਦਾ ਮੱਥਾ ਟੇਕਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਤੇ ਨਾਲ ਹੀ ਸੁਨੇਹਾ ਭੇਜਿਆ ਕਿ ਮੈਂ ਆਪ ਵੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਆਵਾਂਗਾ, ਔਰ ਉਹ ਆਇਆ। ਸੋ ਅਕਬਰ ਦੇ ਸਰੀਰ 'ਚ ਹੁੰਦਿਆਂ ਕਿਸੇ ਦੀ ਚੱਲੀ ਨਹੀਂ। ਜਿਹੜੇ ਜ਼ਹਿਰ ਫੈਲਾਉਣ ਵਾਲੇ ਵਜ਼ੀਰ ਜਾਂ ਫਕੀਰ ਜੋ ਵੀ ਹੁੰਦੇ ਸੀ, ਉਹਨਾਂ ਦੀ ਚੱਲਦੀ ਨਹੀਂ ਸੀ। ਪਰ ਹੋਇਆ ਕਿ 1604 ਵਿੱਚ ਅਕਬਰ ਇਸ ਦੁਨੀਆ ਤੋਂ ਚਲਿਆ ਗਿਆ। ਅਕਬਰ ਦਾ ਪੁੱਤਰ ਸੀ ਸ਼ਰਾਬੀ, ਜਿਸ ਦਾ ਨਾਂ ਹੈ ਜਹਾਂਗੀਰ। ਅਕਬਰ ਆਪਣੀ ਗੱਦੀ ਜਿਹੜੀ ਆਪਣੇ ਪੋਤਰੇ ਹਮਾਯੂੰ ਨੂੰ ਦੇਣਾ ਚਾਹੁੰਦਾ ਸੀ, ਪਰ ਇਹ ਪੋਸੀਬਲ ਨਾ ਹੋ ਸਕਿਆ। ਇਹ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਉਹਨੂੰ ਗੱਦੀ ਆਪਣੇ ਪੁੱਤਰ ਜਹਾਂਗੀਰ ਨੂੰ ਹੀ ਦੇਣੀ ਪਈ। ਹੁਣ ਜਹਾਂਗੀਰ ਨੇ ਜਿੰਨੇ ਕੱਟੜ ਲੋਕ ਸਨ ਉਹਨਾਂ ਨਾਲ ਇਹ ਕੀਤੀ ਸੀ, ਅੱਜ ਕੱਲ੍ਹ ਵੀ ਹੁੰਦੀਆਂ ਪੋਲੀਟੀਕਲ ਸੰਧੀਆਂ, ਇਹ ਕੀਤੀ ਸੀਗੀ ਕਿ ਮੈਂ ਸਿਰਫ ਮੁਸਲਮਾਨ ਧਰਮ ਹੀ ਫੈਲਾਵਾਂਗਾ। ਹੁਣ ਜਹਾਂਗੀਰ ਗੁਰੂ ਸਾਹਿਬ ਜੀ ਲਈ ਕਿੰਨੀ ਜ਼ਹਿਰ ਆਪਣੇ ਅੰਦਰ ਰੱਖ ਕੇ ਬੈਠਾ ਹੈ, ਉਹ ਵੀ ਜਿਹੜੀ ਉਹਦੀ ਆਪਣੀ ਲਿਖਤ ਹੈ ਤੁਝ ਕੇ ਜਹਾਂਗੀਰੀ, ਉਹਦੇ ਵਿੱਚ ਐਗਜ਼ੈਕਟ ਅੱਖਰ ਤਾਂ ਹੀ ਤੁਹਾਨੂੰ ਉੱਦਾਂ ਹੀ ਪੜ੍ਹ ਕੇ ਸੁਣਾਉਣਾ ਹੈ ਕਿ ਜਹਾਂਗੀਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਈ ਕੀ ਕਹਿੰਦਾ ਹੈ। ਕਹਿੰਦਾ, ਗੋਇੰਦਵਾਲ ਵਿੱਚ ਜੋ ਬਿਆਸ ਨਦੀ ਦੇ ਕਿਨਾਰੇ ਤੇ ਹੈ, ਪੀਰਾਂ ਬਜ਼ੁਰਗਾਂ ਦੇ ਭੇਸ ਵਿੱਚ ਗੁਰੂ ਅਰਜਨ ਨਾਮ ਦਾ ਇੱਕ ਹਿੰਦੂ ਰਹਿੰਦਾ ਹੈ। ਇਹ ਲਿਖ ਰਿਹਾ ਜੀ ਉਸਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ, ਸਗੋਂ ਬਹੁਤ ਸਾਰੇ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਬਹਿਤ ਦਾ ਸ਼ਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਕਹਿੰਦੇ ਸਨ। ਸਾਰਿਆਂ ਪਾਸਿਆਂ ਤੋਂ ਫਰੇਬੀ ਤੇ ਠੱਗੀ ਪਸੰਦ ਲੋਕ ਉਸ ਕੋਲ ਆ ਕੇ ਉਸ ਉੱਤੇ ਪੂਰਾ ਇਤਕਾਦ ਤੇ ਸ਼ਰਧਾ ਨਾਲ ਇਜ਼ਹਾਰ ਕਰਦੇ ਸਨ। ਸੋ ਆਹ ਜਿਹੜੀ ਸੰਗਤ ਉਹਨਾਂ ਕੋਲ ਆ ਕੇ ਬਹਿੰਦੀ, ਉਹਨਾਂ ਨੂੰ ਕੀ ਲਿਖਦਾ ਹੈ? ਫਰੇਬੀ ਤੇ ਠੱਗੀ ਪਸੰਦ ਲੋਕ। ਠੀਕ ਹੈ ਜੀ। ਅੱਗੇ ਲਿਖਦਾ ਹੈ, ਕਹਿੰਦਾ 3-4 ਪੀੜ੍ਹੀਆਂ ਤੋਂ ਇਹ ਝੂਠ ਦੀ ਦੁਕਾਨ ਚੱਲ ਰਹੀ ਸੀ। ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਜਾਂ ਫਿਰ ਇਸ ਨੂੰ ਮੁਸਲਮਾਨੀ ਸੋਚ ਵਿੱਚ ਲੈ ਆਉਣਾ ਚਾਹੀਦਾ ਹੈ। ਜੇ ਐਦਾਂ ਚੱਲਦੀ, ਕਹਿੰਦਾ ਦੁਕਾਨ ਹੈ ਝੂਠ ਦੀ, ਐਦਾਂ ਨਹੀਂ ਕਹਿੰਦਾ ਚੱਲਣੀ। ਜਾਂ ਤਾਂ ਮੁਸਲਮਾਨੀ ਧਰਮ ਚ ਆ ਜੇ ਫਿਰ ਇਹ ਠੀਕ ਹੈ,
नहीं तो इनू फिर खत्म किया जाए। ये वेखो एक जहांगीर जिहड़ा वो किन्ना जहर रखिया है। और जहां जदों अकबर का नाम आउंदा, तुसीं छोटे हुंदे सुणदे होवोगे, अकबर दे नाल उहदे वजीर बीरबल का बड़ा नाम आउंदा सी। वो भी बहुत गुरु घर दे नाल नफरत करने वाला सी। वो इधर झंग दे इलाके च लड़ाई लड़न आया सी, जिहड़ा हुण पाकिस्तान दा है। उदों उन्हें कहा सीगा कि मैं वापसी ते आके अमृतसर खबर लवांगा, पर वो झंग वल ही मारिया गया सी। सो संगत जी, गुरु साहिब जी का दुश्मन कोई एक नहीं सी, बहुत सारे हर पासियों गुरु साहिब जी ने। ये गुरु ग्रंथ साहिब जी महाराज जदों गुरु नानक देव जी की रीत चली, उदों तो ही बाबे के ते बाबर के चलते आए हैं। मुकदी गल, इन्नियां कंप्लेंटां बहुत कुछ होंदियां 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 ये जहांगीर ने, क्योंकि साढ़े को 15 ही मिनट है, समाप्ति करनी है। जहांगीर ने फिर जदों उहदे उत्ते बहुत प्रैशर पिया, हर पासियों किया जा रहा है, जहांगीर ने धन धन श्री गुरु अर्जन देव साहब जी महाराज जी के गिरफ्तारी के हुक्म दे दिते। मुर्तजा खान उहदा जरनैल सी लाहौर का, उन्होंने कहा जाके उन्हों की प्रॉपर्टी भी जब्त कर ली जाए ते बाकियां नूं भी कैद किया जाए। तो गुरु अर्जन देव साहब जी महाराज नूं हुण खबर पहुँच गई है कैद की। धन धन श्री गुरु अर्जन देव साहब जी महाराज कोल कई सिख हुंदे सन जिहदे सूरमे सीगे, तो महाराज आप तो जंग लड़ी नहीं। उन्होंने पूछया, भाई सगारू आया सी, भाई सगारू कहता मैं बहुत योद्धा हाँ। गुरु अर्जन देव पातशाह कहते रुक जा, हुण इत्थे ही थोड़े दिनों की गल है, साडी शहीदी होनी है, उस तो बाद फिर साडा पुत्र किरपाना चकेगा, तुसी फिर उहदा साथ देना है। गुरु अर्जन देव साहब जी नूं सब पता है। फिर अपने पुत्र धन धन श्री गुरु हरगोबिंद साहब जी की आयु सिर्फ 11 साल की है, उदों उन्होंने गुरगद्दी दे दिती। आप दरबार साहब मत्था टेकन गए, अपने पुत्र नूं नसीहत दी गुरु हरगोबिंद साहब जी नूं कि बाबा बुड्ढा जी पंथ दे वडेरे हन, इन्हां दी जेड़ा भी कोई ये सलाह देण उन्होंने बड़ा गौर करना। असी चले हाँ लाहौर, असी हुण मुड़ के नहीं आउणा, असी शहीद हो जाना है। तुसी जे ते साडी शहीदी दे नाल इन्हां मुगलां दियां जमीरां जाग पईयां सुधर जाण ठीक है, नहीं तो उस तो बाद शांतमई नहीं, तुसी शस्त्र चुकना है। ये सारे उपदेश गुरु अर्जन देव साहब जी महाराज करके फिर गुरु साहब जी ने नाल ही गुरु हरगोबिंद साहब जी नूं ते परिवार नूं कह दिता, तुसी हुण ब्यास दरिया लंघ के दुआबे चले जाना। वो उत्थों चले गए, डले पिंड आ गए, कपूरथले जिले च जिहड़ा हुण पैंदा है। ते धन धन श्री गुरु अर्जन देव साहब जी महाराज कल भी पढ़ियां सी, परमेश्वर आप लाहौर वाल तुर पिया शहीद होण। संगत जी गुरु साहब जी दे नाल 5 सिंह गए, उन्हां दे विच भाई बिधि चंद जी, भाई पुराणा जी, पैड़ा जी, जेठा जी ते एक सिंह साहब जी का नाम मैनूं विसर गया, भाई बिधि चंद जी, भाई लंगाह जी, भाई लंगाह जी 5 सिंह गए। पर जदों ही लाहौर पहुंचे गुरु अर्जन देव पातशाह जी ने उन्होंने भी वापस मोड़ दिता, कल्ले ही रह गए, कहते हुण शहीदी देनी है। उत्थे संगत जी कैद किया गया गुरु साहब जी नूं। हुण लाहौर दे विच गुरु साहब जी की शहीदी दे नाल 2 स्थान हैं संबंधित। जाके क्या गया, जहांगीर आप लाहौर आया, क्या गया कि गुरु ग्रंथ साहब जी महाराज विच साडे पैगंबरां दी तारीफ लिख दवो। गुरु साहब कहते इत्थे ते अखीरला सच लिखा गया है परमेश्वर का, ये ना एक लागा मतरा घटाई जा सकती तो ना ये वधाई जा सकती। हुण कहते फिर सारे तसीहे देण दी गल चल पई। जहांगीर हुक्म दे के तसीहे दा जासा कानून सिंघां ने भी ना लिया सी, कानून ला दिता, इस दे अनुसार इन्हां नूं कतल किया जाएगा। आप वो कश्मीर वल चलिया गया और वो चंदू जिहड़ा बहुत अपने अंदर ईरखा रख के बैठा सी, सारे तसीहे चंदू की हवेली च दिते गए। संगत जी लाहौर का एक किला है, किले तो बाद जिहड़ा अज भी तुसीं अमृतसर साहब ते सारे गए हो, तुसीं गेट वेख्या होएगा हाल बाजार के कोल, वो 12-13 गेट अमृतसर साहब दे सी। इदां ही लाहौर का एक किला है ते किले तो बाहर एक शहर की वलगण हुंदी सी, हमले बड़े हुंदे सी। उन्हां दे विच एक गेट है जी जिन्हों कहते हैं मोची गेट। मोची गेट तो जो असीं अंदर जाते हैं उहदे विच अज भी उसका बाजार का नाम है लाल खूह बाजार। उस बाजार दे विच जाके चंदू की हवेली सी। वो चंदू की हवेली हुण तां अजे भी वो बिल्डिंग है उत्थे, पर अंदर नहीं असीं जा पाए। पर वो बाजार दीयां 2 भीड़ियां गलियां दे कॉर्नर ते अज लाल रंग की एक
ਆ ਸਟੇਜ ਤੋਂ ਅੱਧੀ ਇੱਕ ਬਿਲਡਿੰਗ ਹੈ ਜਿਸ ਦੇ ਵਿੱਚ ਇੱਕ ਵੱਡਾ ਭਾਰੀ ਦਰਖਤ ਹੈ ਜਿਹੜਾ ਛੱਤ ਦੇ ਵਿੱਚੋਂ ਨਿਕਲਦਾ ਹੈ। ਉਹ ਸਥਾਨ ਹੈ ਜਿੱਥੇ ਉਹਨੂੰ ਅੱਜ ਵੀ ਲਾਲ ਖੂਹ ਕਿਹਾ ਜਾਂਦਾ ਹੈ। ਅਸੀਂ ਉੱਥੇ ਰੁਕ ਕੇ ਮੁਸਲਮਾਨ ਵੀਰਾਂ ਨੂੰ ਪੁੱਛਿਆ ਤਾਂ ਇਹਨੂੰ ਲਾਲ ਖੂਹ ਕਿਉਂ ਕਹਿੰਦੇ ਆ? ਕਹਿੰਦੇ ਸਾਨੂੰ ਕਦੀ ਕਦੀ ਸਿੱਖ ਆ ਕੇ ਦੱਸਦੇ ਕਿ ਸਾਡੇ ਕਿਸੇ ਵੱਡੇ ਵਡੇਰੇ ਨੂੰ ਇੱਥੇ ਕਤਲ ਕੀਤਾ ਗਿਆ ਸੀ। ਉਹਨਾਂ ਦੀ ਆਪਣੀ ਭਾਸ਼ਾ ਹੈ, ਆਪਾਂ ਤੇ ਕਤਲ ਕਹਿੰਦੇ ਨਹੀਂ ਹੈ, ਅਸੀਂ ਤੇ ਸਾਡੇ ਲਈ ਤਾਂ ਸ਼ਹੀਦੀ ਹੈ। ਪਰ ਅਸੀਂ ਜਦੋਂ ਉੱਥੇ ਗਏ ਸੰਗਤ ਜੀ, ਉਹ ਸਥਾਨ ਅੱਜ ਨਾ ਬਿਲਕੁਲ ਸਿੱਖਾਂ ਦੀ ਬੇਰੁਖੀ 'ਚ ਪਿਆ ਹੋਇਆ, ਜਿੱਥੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤਸੀਹੇ ਦਿੱਤੇ ਗਏ। ਤਸੀਹੇ ਕਿੱਦਾਂ ਦਿੱਤੇ ਗਏ? ਆ ਦਿਨ ਹੁਣ ਇੱਥੇ ਤੇ ਅਸੀਂ ਸੁੱਖ ਮਾਣ ਰਹੇ ਹਾਂ, ਏਸੀਆਂ 'ਚ ਤੇ ਠੰਡੀਆਂ ਹਵਾਵਾਂ 'ਚ ਬੈਠੇ ਹਾਂ। ਉਹ ਪੰਜਾਬ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਮਈ ਜੂਨ ਦੇ ਵਿੱਚ ਕਿੰਨੀ ਉੱਥੇ ਗਰਮੀ ਹੁੰਦੀ ਹੈ। ਉਸ ਗਰਮੀ ਦੇ ਵਿੱਚ ਪਹਿਲਾਂ ਤਾਂ ਰੇਤ ਤੇ ਬਿਠਾ ਲਿਆ ਗਿਆ ਉੱਦਾਂ ਹੀ, ਫਿਰ ਇਹਨਾਂ ਨੂੰ ਗੁਰੂ ਸਾਹਿਬ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਦੇਗ 'ਚ ਉਬਾਲਣ ਦੇ ਨਾਲ ਸਰੀਰ ਦੀ ਕੀ ਹਾਲਤ ਹੁੰਦੀ ਹੈ, ਇਹ ਸਾਡੀ ਸਮਝ ਤੋਂ ਬਾਹਰ ਹੈ ਸੰਗਤ ਜੀ। ਅਸੀਂ ਤਾਂ ਉਹ ਲੋਕ ਹਾਂ, ਤਵੇ ਤੇ ਉਂਗਲੀ ਮਾੜੀ ਜੀ ਲੱਗ ਜਾਵੇ ਤਾਂ ਫਿਰ ਉਸ ਵੇਲੇ ਬਰਨੌਲ ਜਾਂ ਕੋਈ ਨਾ ਕੋਈ ਚੀਜ਼ ਉਹਨੂੰ ਠੰਡਾ ਕਰਨ ਲਈ ਲੱਭਦੇ ਫਿਰਦੇ ਹਾਂ। ਅਸੀਂ ਕੀ ਸਮਝੀਏ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇਗ ਦੇ ਵਿੱਚ ਕਿਵੇਂ ਉਬਲੇ ਹੋਣਗੇ। ਦੇਗ ਦੇ ਵਿੱਚ ਤੁਹਾਡੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਉਬਾਲਿਆ ਗਿਆ। ਤਸੀਹੇ ਦੇਣ ਦੀ ਇੱਥੇ ਗੱਲ ਮੁੱਕੀ ਨਹੀਂ, ਉਸ ਤੋਂ ਬਾਅਦ 'ਚ ਤੱਤੀ ਤਵੀ ਤੇ ਬਿਠਾਇਆ। ਜਦੋਂ ਤੱਤੀ ਤਵੀ ਤੇ ਬਿਠਾਇਆ, ਥੱਲੇ ਅੱਗ ਚੱਲ ਰਹੀ ਹੈ, ਗੁਰੂ ਸਾਹਿਬ ਉਹਦੇ ਉੱਤੇ ਬੈਠੇ ਹਨ। ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ, ਗੱਜ ਕੇ ਬੋਲੋ। ਗੁਰੂ ਸਾਹਿਬ ਬੋਲਦੇ ਹਨ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੰਗਤ ਜੀ, ਸਾਡੀ ਅੱਜ ਅਰਦਾਸ ਕੀਤੀ, ਕੱਲ ਨੂੰ ਪੂਰੀ ਨਾ ਹੋਵੇ ਨਾ, ਅਸੀਂ ਉਲਾਮਾ ਦੇਣ ਲੱਗ ਪੈਂਦੇ। ਇੱਥੇ ਹੱਥ ਨਹੀਂ ਖੜੇ ਕਰਾਉਣੇ ਅਸੀਂ, ਪਰ ਅੰਦਰ ਵੇਖੋ ਕਿ ਅਸੀਂ ਗੁਰੂ ਪਰਮੇਸ਼ਰ ਨੂੰ ਕਿੰਨੇ ਉਲਾਮੇ ਦਿੰਦੇ ਹਾਂ। ਇੱਕ ਵਾਰੀ ਕਿਹਾ, ਗੁਰੂ ਸਾਹਿਬ ਕੈਨੇਡਾ ਲੈ ਜਾ, ਮਹਾਰਾਜ ਨੇ ਕੈਨੇਡਾ ਲੈ ਆਂਦਾ। ਫਿਰ ਪਤਾ ਲੱਗਾ ਕੈਨੇਡਾ ਆ ਕੇ PR ਚਾਹੀਦੀ, ਫਿਰ ਗੁਰੂ ਸਾਹਿਬ PR ਦੇ ਦੇ, PR ਦੇ ਦੇ, ਗੁਰੂ ਸਾਹਿਬ ਨੇ ਉਹ ਵੀ ਦੇ ਦਿੱਤੀ। ਫਿਰ ਪਤਾ ਲੱਗਾ ਘਰ ਲੈਣਾ ਹੈ, ਫਿਰ ਘਰ ਲੈਣਾ, ਫਿਰ ਗੁਰੂ ਸਾਹਿਬ ਹੁਣ ਘਰ ਦੇ ਦੇ, ਘਰ ਦੇ ਦੇ, ਗੁਰੂ ਬਖਸ਼ਿਸ਼ਾਂ ਦੇ ਘਰ ਚਾਹੇ ਘਰ ਵੀ ਦੇ ਦਿੱਤਾ। ਫਿਰ ਇੱਥੇ ਤ੍ਰਿਸ਼ਨਾ ਮੁੱਕੀ ਨਹੀਂ। ਫਿਰ ਹੁਣ ਕੀ ਹੈ? ਹੁਣ ਗੁਰੂ ਸਾਹਿਬ ਇਨਵੈਸਟਮੈਂਟ ਪ੍ਰਾਪਰਟੀਆਂ ਚਾਹੀਦੀਆਂ ਹਨ। ਸੰਗਤ ਜੀ, ਵਧੋ ਫੁੱਲੋ, ਅਸੀਂ ਤੁਹਾਨੂੰ ਰੋਕ ਨਹੀਂ ਰਹੇ, ਦਿਨ ਦੁਗਣੀਆਂ ਰਾਤ ਚੌਗਣੀਆਂ ਤਰੋ, ਪਰ ਤ੍ਰਿਸ਼ਨਾ ਮਾਰਨੀ ਪੈਣੀ ਹੈ, ਨਹੀਂ ਤੇ ਜੰਮਣ ਮਰਨ ਦੇ ਗੇੜ 'ਚ ਪਏ ਰਵਾਂਗੇ। ਗੁਰੂ ਸਾਹਿਬ ਜੀ ਨੇ ਦੇਖੋ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਤੱਤੀ ਤਵੀ ਦੇ ਉੱਤੇ ਬੈਠੇ ਹਨ। ਹੁਣ ਵੀ ਦੁਸ਼ਮਣਾਂ ਨੂੰ ਅਜੇ ਗੁਰੂ ਸਾਹਿਬ ਜੀ ਦੇ ਸਰੀਰ ਦੇ ਉੱਤੇ ਛਾਲੇ ਹੋ ਚੁੱਕੇ ਸਨ, ਛਾਲੇ ਹੋ ਚੁੱਕੇ, ਸਕਿਨ ਫੁੱਟ ਚੁੱਕੀ ਸੀ, ਕਈ ਥਾਵਾਂ ਦੇ ਉੱਤੋਂ ਗੈਪ ਪੈ ਜਾਂਦਾ ਹੈ। ਸੰਗਤ ਜੀ, ਫਿਰ ਉੱਤੋਂ ਤੱਤੀ ਰੇਤ ਗੁਰੂ ਸਾਹਿਬ ਜੀ ਦੇ ਸੀਸ ਦੇ ਉੱਤੇ ਪਾਈ ਜਾ ਰਹੀ ਹੈ। ਫੋਟੋ ਤੁਹਾਡੇ ਸਾਰਿਆਂ ਦੇ ਹਿਰਦੇ 'ਚ ਵਸੀ ਹੈ, ਕਿੱਦਾਂ ਥੱਲੇ ਅੱਗ ਬਲਦੀ ਹੈ, ਤੱਤੀ ਤਵੀ ਤੇ ਗੁਰੂ ਸਾਹਿਬ ਬੈਠੇ ਹਨ ਤੇ ਉੱਤੋਂ ਤੱਤਾ ਰੇਤਾ ਪਾਇਆ ਜਾ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਤੇ ਸੰਗਤ ਜੀ, ਇਹ ਤਸੀਹੇ ਇੱਕ ਦਿਨ ਨਹੀਂ, 5 ਦਿਨ ਦਿੱਤੇ ਗਏ ਤੁਹਾਡੇ ਗੁਰੂ ਪਿਤਾ ਜੀ ਨੂੰ। 5 ਦਿਨ ਇਹ ਤਸੀਹੇ ਦਿੱਤੇ ਗਏ। ਹੁਣ ਇੱਕ ਚਿੱਠੀ ਤੁਹਾਨੂੰ ਹੋਰ ਸੁਣਾਉਣੀ ਹੈ। ਇਹ ਕਿਸੇ ਈਸਾਈ ਪਾਦਰੀ ਦੀ ਹੈ ਜਿਹੜਾ ਉਦੋਂ ਲਾਹੌਰ ਆਇਆ ਸੀ, ਔਰ ਉਹਨੇ ਵੀ ਇਨ ਬਿਨ ਜੋ ਲਿਖਿਆ ਹੈ ਉਹ ਇਨ ਬਿਨ ਹੀ ਪੜ੍ਹ ਕੇ ਸਿਖਾਉਣਾ ਹੈ। ਕਹਿੰਦਾ, ਹੱਦੋਂ ਵੱਧ ਸ਼ਰਾਬ ਪੀਣ ਦੀ ਵਾਦੀ ਹੋਣ ਕਰਕੇ ਜਹਾਂਗੀਰ ਦੀ ਦਿਮਾਗੀ ਹਾਲਤ ਵਿਗੜ ਗਈ ਸੀ। ਉਸ ਦੇ ਖੁਸ਼ਾਮਦੀ ਤੇ ਖਾਸ ਕਰਕੇ ਮਜ਼ਹਬੀ ਦੀਵਾਨਿਆਂ ਨੇ ਉਸ ਨੂੰ ਇਸ ਹਾਲਾਤ ਤੋਂ ਲਾਭ ਉਠਾਉਂਦੇ ਹੋਏ ਉਸ ਨੂੰ ਵਰਗਲਾ ਕੇ ਉਸ ਰਾਹ ਤੇ ਪਾ ਦਿੱਤਾ ਜਿਹੜਾ ਕਿ ਉਹ ਪਿੱਛੋਂ ਉਸ ਦੀ ਬਦਨਾਮੀ ਦਾ ਕਾਰਨ ਬਣਿਆ। ਗੁਰੂ ਅਰਜਨ ਜੀ ਨੂੰ ਜਦੋਂ ਜਹਾਂਗੀਰ ਦੇ ਹੁਕਮ ਨਾਲ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਮੈਂ ਉੱਥੇ ਲਾਹੌਰ ਵਿੱਚ ਮੌਜੂਦ ਸੀ। ਉਹ ਲਿਖਦਾ ਹੈ, ਮੈਂ ਕਈ ਵਾਰ ਗੁਰੂ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਮਿਲਣ ਨਾ ਦਿੱਤਾ ਗਿਆ। ਜਹਾਂਗੀਰ ਨੂੰ ਕਾਜ਼ੀਆਂ ਨੇ ਗੁੰਮਰਾਹ ਕੀਤਾ ਸੀ, ਜਹਾਂਗੀਰ ਨੂੰ ਬਦਨਾਮ ਕਰਾਇਆ ਤੇ ਇੱਕ ਮਹਾਨ ਪੁਰਸ਼ ਦੀ ਮੌਤ ਦਾ ਕਾਰਨ ਬਣਿਆ।
ਬਦਨਾਮ ਤਾਂ ਹੋਣਾ ਹੀ ਸੀ, ਕਿਉਂਕਿ ਇਸੇ ਲਾਹੌਰ ਵਿੱਚ ਗੁਰੂ ਜੀ ਕਾਲ ਦੇ ਸਮੇਂ ਵਿੱਚ ਆਪ ਆਏ ਸੀ ਮਹਾਰਾਜ। ਇੱਥੇ ਆਪਣਾ ਸਭ ਕੁਝ ਵਾਰ ਕੇ ਲੋਕਾਂ ਦੇ ਦੁੱਖ ਹਰੇ ਸੀ। ਕਾਲ ਦੇ ਵਿੱਚ ਜਦੋਂ ਸਰਕਾਰਾਂ ਹੱਥ ਖੜੀਆਂ ਜਾਂਦੀਆਂ, ਆਉਂਦਾ ਨਾ ਅੱਜ ਵੀ ਖਾਲਸਾ, ਉਦੋਂ ਵੀ ਜਦ ਸਰਕਾਰਾਂ ਦੇ ਹੱਥ ਖੜੇ ਹੋ ਗਏ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਾ ਕੇ ਸੇਵਾ ਲਾਹੌਰ ਦੇ ਲੋਕਾਂ ਦੀ ਕੀਤੀ ਸੀ। ਲਾਹੌਰ ਦੇ ਲੋਕ ਰੋਂਦੇ ਰਹੇ, ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾਂਦੇ ਸਨ। ਸਾਈਂ ਮੀਆਂ ਮੀਰ ਜੀ ਗੁਰੂ ਜੀ ਨੂੰ ਇੰਨਾ ਪਿਆਰ ਕਰਨ ਵਾਲੇ ਆ ਗਏ, ਆ ਕੇ ਗੁਰੂ ਸਾਹਿਬ ਜੀ ਦੇ ਹਾਲਾਤ ਵੇਖ ਨਾ ਹੋਏ, ਕਹਿੰਦੇ ਦਾਤਿਆ ਆ ਕੀ, ਇੱਕ ਹੁਕਮ ਦੇ ਦਿਓ, ਮੈਂ ਇਹ ਦਿੱਲੀ ਦੇ ਤਖਤ ਦੀ ਇੱਟ ਨਾ ਇੱਟ ਵਜਾ ਦਿਆਂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਾਈਂ ਜੀ ਸਾਡੇ ਵੱਲ ਵੇਖੋ, ਅਸੀਂ ਵੀ ਸ਼ਾਂਤਮਈ ਬੈਠੇ ਹਾਂ, ਤੁਸੀਂ ਵੀ ਸ਼ਾਂਤਮਈ ਹੋ। ਤੇ ਸਾਈਂ ਜੀ ਜਾਣਦੇ ਹਨ ਕਿ ਇਹ ਸਰਬ ਕਲਾ ਸਮਰੱਥ ਹਨ ਤੇ ਗੁਰੂ ਸਾਹਿਬ ਕੋਲੋਂ, ਪਰ ਵੇਖ ਨਹੀਂ ਹੋਇਆ, ਸਾਈਂ ਜੀ ਚਲੇ ਗਏ। ਲੋਕਾਂ ਕੋਲ ਵੇਖ ਨਹੀਂ ਹੋਇਆ। ਇੱਥੋਂ ਤੱਕ ਚੰਦੂ ਦੀ ਨੂੰਹ ਦਾ ਵੀ ਜ਼ਿਕਰ ਇਤਿਹਾਸ 'ਚ ਆਉਂਦਾ ਹੈ ਕਿ ਉਹ ਵੀ ਗੁਰੂ ਘਰ ਤੇ ਸ਼ਰਧਾ ਰੱਖਣ ਵਾਲੀ ਸੀ। ਉਸ ਨੇ ਵੀ ਇੱਕ ਦਿਨ ਬੇਨਤੀ ਕੀਤੀ ਆ ਕੇ, ਗੁਰੂ ਸਾਹਿਬ ਇੰਨੇ ਤਸੀਹੇ ਝੱਲੀ ਜਾਂਦੇ, ਤੁਸੀਂ ਇੰਨੇ ਤਸੀਹੇ ਕਿਉਂ ਝੱਲੀ ਜਾਂਦੇ ਆ, ਹੁਣ ਸਾਡੇ ਕੋਲੋਂ ਇਹ ਵੇਖ ਨਹੀਂ ਹੁੰਦਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇਖੋ ਕਿੰਨੇ ਤਸੀਹੇ ਝੱਲੇ। ਔਰ ਇਸ ਨੇ ਅੱਗੇ ਇਹ ਵੀ ਲਿਖਿਆ ਕਿ ਅੱਜ ਲਾਹੌਰ ਨਿਵਾਸੀ ਖੜੇ ਸਨ ਪਰ ਤਰਾਹ ਕਰ ਰਹੇ ਸਨ। ਤੇ ਉਹ ਚਲੋ ਇੰਨੀ ਗੱਲ ਮੈਂ ਪੂਰਾ ਇਹ ਨਹੀਂ ਕਰਨਾ, ਉਸ ਦਾ ਇਹ ਵੀ ਬਿਆਨ ਹੈ ਸੰਗਤ ਜੀ। ਤਾਂ 3 ਬਿਆਨ ਹੁਣ ਤੱਕ ਪੜ੍ਹ ਕੇ ਸੁਣਾਏ ਗਏ ਕਿ ਇਹ ਉਹਨਾਂ ਸਮਿਆਂ 'ਚ ਲਿਖੇ ਗਏ ਹਨ। ਕਦੀ ਇਤਿਹਾਸ ਤੇ ਸ਼ੰਕਾ ਨਾ ਕਰਿਆ ਕਰੋ। ਇਤਿਹਾਸ ਸੁਣਾਉਣ ਵਾਲੇ 'ਚ ਊਣਤਾਵਾਂ ਹੋ ਸਕਦੀਆਂ ਹਨ, ਪਰ ਤੁਹਾਡੇ ਗੁਰੂ 'ਚ ਨਹੀਂ, ਪੂਰਾ ਗੁਰੂ ਹੈ ਤੁਹਾਡਾ। ਇਹਨੂੰ ਪੂਰਾ ਕਰਕੇ ਹੀ ਜਾਣਿਆ ਕਰੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਗਾਂ ਕੁਛ ਨਹੀਂ ਜੇ ਹੈਗਾ, ਇਹ ਆਪ ਪਰਮੇਸ਼ਰ ਹੈ। ਔਰ ਜਦੋਂ ਆਉਂਦੇ ਹਾਂ ਘਰੋਂ ਹੀ ਤੁਰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖਿਆਲ ਰੱਖਿਆ ਕਰੋ ਔਰ ਸਿਰਫ ਪਰਮੇਸ਼ਰ ਕਰਕੇ ਹੀ ਇੱਥੇ ਮੱਥਾ ਟੇਕਿਆ ਕਰੋ। ਕੱਲ ਵੀ ਬੇਨਤੀ ਕੀਤੀ ਸੀ, ਮੰਗਣਾ ਅਸੀਂ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਕੋਲ ਮੰਗਣੀਆਂ ਹਨ, ਪਰ ਸਾਡਾ ਰਿਸ਼ਤਾ ਸਿਰਫ ਮੰਗਾਂ ਕਰਕੇ ਨਾ ਹੋਵੇ। ਉੱਦਾਂ ਵੀ ਆਇਆ ਕਰੋ, ਕਦੀ ਬੈਠਿਆ ਕਰੋ, ਗੁਰੂ ਸਾਹਿਬ ਮੈਂ ਤੈਨੂੰ ਪਿਆਰ ਕਰਦਾ। ਪਿਤਾ ਪੁੱਤਰ ਦਾ ਰਿਸ਼ਤਾ ਸਿਰਫ ਮੰਗਾਂ ਤੱਕ ਨਾ ਹੋਵੇ। ਪਿਤਾ ਕੋਲੋਂ ਹੀ ਸਾਰਾ ਕੁਝ ਪੁੱਤਰ ਨੇ ਲੈਣਾ ਹੁੰਦਾ ਹੈ। ਪਿਤਾ ਕਦੀ ਕੋਈ ਆਪਣੀ ਜਾਇਦਾਦ ਨਾਲ ਨਹੀਂ ਲੈ ਕੇ ਜਾਂਦਾ, ਨਾ ਕਲਗੀਧਰ ਜੀ ਲੈ ਕੇ ਗਏ, ਸਾਰਾ ਤੇ ਕੁਝ ਸਾਨੂੰ ਦੇ ਕੇ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਵੀ ਦੇ ਕੇ ਗਏ, ਪਰ ਪਿਤਾ ਨੂੰ ਚੰਗਾ ਲੱਗਦਾ ਹੈ ਜਦੋਂ ਪੁੱਤਰ ਲਾਗੇ ਬੈਠ ਕੇ ਕਹੇ, ਪਿਤਾ ਜੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮੈਂ ਕੀ ਕਰਾਂ ਤੁਹਾਡੇ ਵਾਸਤੇ, ਕਿਹੜੀ ਸੇਵਾ ਕਰਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲੋਂ, ਮਹਾਰਾਜ ਸੇਵਾ ਕਿਹੜੀ ਕਰੀਏ ਅਸੀਂ ਤੁਹਾਡੀ, ਮੰਗਿਆ ਕਰੋ ਆਣ ਕੇ। ਇਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੀ ਹਨ, ਇਹੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਗੁਰੂ ਨਾਨਕ ਦੇਵ ਸਾਹਿਬ ਜੀ ਇੱਥੇ ਬੈਠ ਜਾਣ ਆ ਕੇ ਸਰੀਰ 'ਚ, ਸੰਗਤ ਜੀ ਅਸੀਂ ਲਾਗੇ ਆ ਕੇ ਬੈਠਣਾ ਹੈ, ਇੱਦਾਂ ਹੀ ਹੋਣਾ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਬੈਠਦੇ ਹਨ, ਹਾਲ ਬਹੁਤੀ ਵਾਰੀ ਅਸੀਂ ਬਹੁਤੇ ਥਾਵਾਂ, ਇੱਥੇ ਕਿਰਪਾ ਹੈ ਮਹਾਰਾਜ ਦੀ, ਬਹੁਤੇ ਥਾਵਾਂ ਤੇ ਵੇਖਿਆ ਹਾਲ ਪਿੱਛੋਂ ਪਰਨਾ ਸ਼ੁਰੂ ਹੁੰਦਾ। ਉਹ ਫਰਕ ਕਿਉਂ ਪਾ ਲਿਆ? ਗੁਰੂ ਨੇ ਤਾਂ ਫਰਕ ਪਾਇਆ ਹੀ ਨਹੀਂ, ਆਪਣੇ ਪੁੱਤਰਾਂ ਦੇ ਬਰਾਬਰ ਤੈਨੂੰ ਕਰ ਦਿੱਤਾ ਤੇ ਤੂੰ ਗੁਰੂ 'ਚ ਹੀ ਫਰਕ ਪਾ ਕੇ ਬਹਿ ਗਿਆ। ਤੈਨੂੰ ਗੁਰੂ ਨਾਨਕ ਦੇਵ ਜੀ ਨਹੀਂ ਦਿਖਾਈ ਦਿੰਦੇ, ਇੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਨਹੀਂ ਦਿਖਾਈ ਦਿੰਦੇ? ਕਿਉਂ ਨਹੀਂ ਦਿਖਾਈ ਦਿੰਦੇ? ਕਲਗੀਧਰ ਪਿਤਾ ਬੈਠੇ, ਕਲਗੀਧਰ ਪਿਤਾ ਹੀ ਤੇ ਥਾਪ ਕੇ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿ ਅਸੀਂ ਆਪਣੀ ਜੋਤ ਤੁਹਾਡੇ 'ਚ ਪਾਉਣ ਲੱਗੇ ਹਾਂ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਜੋਤ ਸਰੀਰ 'ਚੋਂ ਸਰੀਰ 'ਚ ਟਿਕਾਈ। ਸਾਰੇ ਗੁਰੂ ਸਾਹਿਬ ਸਰੀਰ 'ਚੋਂ ਸਰੀਰ 'ਚ ਟਿਕਾਉਂਦੇ ਆਏ। ਗੁਰਬਾਣੀ ਦਾ ਫਰਮਾਨ ਹੈ, ਸੰਗਤ ਜੀ ਵਹਿਮ ਨਾ ਕਰਿਆ ਕਰੋ, ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਰੀਰ ਬਦਲਦੇ ਰਹੇ, ਜੋਤ ਉਹੋ ਹੀ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ, ਪਰ ਕਲਗੀਧਰ ਪਿਤਾ ਜੀ ਉਹ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾ ਗਏ। ਹਾਜ਼ਰ ਨਾਜ਼ਰ ਹਨ ਗੁਰੂ, 10 ਗੁਰੂ ਸਾਹਿਬਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਜ਼ਰ ਹਨ। ਦਰਵਾਜ਼ੇ 'ਚ ਵੜਦੇ ਹੱਥ ਜੁੜੇ ਹੋਣ, ਅੱਖਾਂ ਝੁਕੀਆਂ ਹੋਣ, ਆ ਗੁਰੂ ਸਾਹਿਬ ਨੂੰ ਪਿਆਰ ਕਰ। ਸਾਡੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੜੇ ਤਸੀਹੇ ਝੱਲੇ ਸੰਗਤ ਜੀ, ਔਰ ਉਲਾਮਾ ਇੱਕ ਵੀ ਨਹੀਂ ਦਿੱਤਾ ਪਰਮੇਸ਼ਰ ਨੂੰ। 5 ਦਿਨ ਤਸੀਹੇ ਝੱਲਣ ਤੋਂ ਬਾਅਦ 'ਚ ਧੰਨ ਧੰਨ, ਇਹ ਪਰ ਆਪ ਜੀ ਨਾਲ ਬਚਨ ਕੀਤਾ ਸੀ, ਪਹਿਲਾ ਸਥਾਨ ਹੈ ਜਿੱਥੇ ਤਸੀਹੇ ਦਿੱਤੇ ਗਏ। ਲਾਲ ਖੂਹ ਜਿਹਨੂੰ ਕਹਿੰਦੇ ਹਨ, ਉੱਥੋਂ ਫਿਰ ਤਕਰੀਬਨ 1 ਕਿਲੋਮੀਟਰ ਦੂਰ ਰਾਵੀ ਨਦੀ ਦਾ ਕਿਨਾਰਾ ਹੈ, ਜਿੱਥੇ ਕਿਲੇ ਦੀ ਵੀ ਹੱਦ ਹੈ। ਉੱਥੇ ਰਾਵੀ ਨਦੀ ਵਗਦੀ ਸੀ। ਉਸ ਨਦੀ ਦੇ ਕੋਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਲਿਜਾਇਆ ਗਿਆ ਔਰ ਤਸੀਹੇ ਦਿੰਦੇ ਹੋਏ ਹੀ ਉੱਥੇ ਜਲ ਪ੍ਰਵਾਹ ਕਰ ਦਿੱਤਾ ਗਿਆ। ਉਸੇ ਰਾਵੀ ਦੀ ਭੇਟ ਗੁਰੂ ਅਰਜਨ ਦੇਵ ਸਾਹਿਬ ਜੀ ਹੋ ਗਏ। ਤੁਹਾਡੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਬੜੀ ਮਹਾਨ ਹੈ ਸੰਗਤ ਜੀ, ਅਸੀਂ ਉਹਨਾਂ ਦੇ ਧੀਆਂ ਪੁੱਤਰ ਹਾਂ। ਆਪਣੇ ਗੁਰੂ ਸਾਹਿਬ ਜੀ ਤੇ ਜਿੰਨਾ ਮਾਣ ਹੋਵੇ ਓਨਾ ਥੋੜਾ ਹੈ, ਆਪਣੇ ਤੇ ਜਿੰਨਾ ਘੱਟ ਹੋਵੇ ਓਨਾ ਹੀ ਚੰਗਾ।
ਆਪਣੇ ਤੇ ਅਸੀਂ ਮਾਣ ਬਹੁਤਾ ਕਰ ਬੈਠੇ, ਗੁਰੂ ਤੇ ਥੋੜਾ ਕਰ ਬੈਠੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪਣੀ ਸ਼ਹੀਦੀ ਦੇ ਦਿੱਤੀ। ਅੱਜ ਜੇ ਤੁਸੀਂ ਲਾਹੌਰ ਜਾਓ ਤੇ ਰਾਵੀ 2 ਕਿਲੋਮੀਟਰ ਤੋਂ ਵੀ ਵੱਧ ਦੂਰ ਚਲੀ ਗਈ ਹੈ। ਹੌਲੀ ਹੌਲੀ ਦਰਿਆ ਰਸਤੇ ਬਦਲ ਜਾਂਦੇ ਹਨ ਸੰਗਤ ਜੀ। ਉਹੋ ਹੀ ਥਾਂ ਹੈ ਅੱਜ ਵੀ ਕਿਲੇ ਦੇ ਨਾਲ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਜਿੱਥੇ ਸ਼ਹਾਦਤ ਹੋਈ, ਉਸ ਥਾਂ ਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਬਣਿਆ ਹੋਇਆ ਹੈ। ਡੇਰਾ ਸਾਹਿਬ ਜੀ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ। ਹੋਰ ਬਹੁਤ ਸਾਰਾ ਇਤਿਹਾਸ ਹੈ, ਕਹਿਣਾ ਚੰਗਾ ਤਾਂ ਨਹੀਂ ਲੱਗਦਾ, ਪਰ ਮਹਾਰਾਜ ਨੇ ਸੇਵਾ ਲਈ ਹੈ ਸੰਗਤ ਜੀ ਇਤਿਹਾਸ ਦੀ। ਤੁਸੀਂ YouTube ਤੇ ਜਾ ਕੇ ਨਿਸ਼ਾਨ ਸਿੰਘ ਆਸਟ੍ਰੇਲੀਆ ਚੈਨਲ ਦੇ ਉੱਤੇ ਜਾ ਕੇ ਇਹ ਸਾਰੇ ਇਤਿਹਾਸਕ ਸਥਾਨਾਂ ਦੀ ਵੀਡੀਓ ਤੇ ਰੂਪ ਦੇ ਵਿੱਚ ਦਰਸ਼ਨ ਕਰ ਸਕਦੇ ਹੋ। ਆਪ ਕਰਿਆ ਕਰੋ, ਹੋਰ ਭੈਣ ਭਰਾਵਾਂ ਨੂੰ ਕਰਾਇਆ ਕਰੋ। ਗੁਰੂ ਇਤਿਹਾਸ ਪੜ੍ਹਾਂਗੇ ਤੇ ਗੁਰੂ ਸਾਹਿਬ ਜੀ ਦੇ ਨਾਲ ਨੇੜਤਾ ਮਹਿਸੂਸ ਕਰਾਂਗੇ। ਗੁਰੂ ਸਾਹਿਬ ਜੀ ਦੇ ਨਾਲ ਨੇੜਤਾ ਹੋ ਜੇ ਤੇ ਸੌਖੀ ਸੁੱਖ ਹੈ, ਸੌਖੀ ਸੁੱਖ ਹੈ ਗੁਰੂ ਸਾਹਿਬ ਜੀ ਦੀ ਨੇੜਤਾ ਦੇ ਨਾਲ। ਤੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿੱਦਾਂ ਦੇ ਕਰਮ ਕਰਾਂਗੇ ਉਹਦੇ ਨਾਲ ਹੀ ਸਾਡੀ ਨੇੜਤਾ ਜਾਂ ਗੁਰੂ ਤੋਂ ਦੂਰੀ ਹੋਣੀ ਹੈ। ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਜੀਵਨ ਵਿੱਚ ਐਸਾ ਕਰਮ ਨਾ ਕੋਈ ਹੋ ਜੇ ਕਿ ਸਾਡੀ ਗੁਰੂ ਸਾਹਿਬ ਤੋਂ ਦੂਰੀ ਹੋ ਜਾਵੇ। ਬਸ ਐਸੇ ਹੀ ਕਰਮ ਗੁਰੂ ਸਾਹਿਬ ਕਰਾਉਣ ਕਿ ਸਾਡੀ ਨੇੜਤਾ ਇੰਨੀ ਹੁੰਦੀ ਜਾਵੇ, ਇੰਨੀ ਹੁੰਦੀ ਜਾਵੇ, ਇੰਨੀ ਹੁੰਦੀ ਜਾਵੇ ਕਿ ਇੱਕ ਦਿਨ ਅਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਸਮਾ ਜਾਈਏ। ਸੰਗਤ ਜੀ ਆਓ 1 ਮਿੰਟ ਲਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਯਾਦ ਕਰੀਏ। ਗੱਜ ਕੇ ਬੋਲਣਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਭ ਤੋਂ ਨੇੜਲੀ ਯਾਦ ਸਾਡੇ ਕੋਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ ਆਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਹਨ। ਸੰਗਤ ਜੀ ਇਤਿਹਾਸ ਬਹੁਤ ਮਹਾਨ ਹੈ, ਸਾਡੀ ਸੁਣਾਉਣ ਦੀ ਇੰਨੀ ਬਿਰਤੀ ਜਾਂ ਇੰਨੀ ਉੱਚੀ ਸੁੱਚੀ ਸੋਚ ਨਹੀਂ ਹੈ। ਗੁਰੂ ਸਾਹਿਬ ਤੇ ਆਪ ਸੰਗਤ ਪਰਮੇਸ਼ਰ ਹੋ, ਗਲਤੀਆਂ ਹੋ ਗਈਆਂ ਹਨ ਬਹੁਤ ਸੁਣਾਉਂਦਿਆਂ, ਉਹ ਤੁਸੀਂ ਮਾਫ ਕਰ ਦੇਣਾ। ਗੁਰੂ ਸਾਹਿਬ ਜੀ ਦਾ, ਸੰਗਤਾਂ ਦਾ, ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦਾਸਰੇ ਨੂੰ ਇਸ ਥਾਂ ਤੇ ਬੈਠ ਕੇ ਗੁਰੂ ਇਤਿਹਾਸ ਦੀ ਸਾਂਝ ਪਾਉਣ ਦੀ ਇਹ ਸਮਾਂ ਦਿੱਤਾ। ਅਸੀਂ ਵੀ ਬਹੁਤ ਕੁਝ ਸਿੱਖਿਆ, ਆਪ ਜੀ ਨੇ ਵੀ ਕੋਸ਼ਿਸ਼ ਕਰਨੀ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਹਨ ਆਪਣੇ ਜੀਵਨ ਵਿੱਚ ਧਾਰਨ ਦੀ ਕੋਸ਼ਿਸ਼ ਕਰਨੀ। ਹੋਈਆਂ ਅਨੇਕਾਂ ਭੁੱਲਾਂ ਦੀ ਮੁਆਫੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।